वाहिगुरु जी का खालसा वाहिगुरु जी की फतेह। दसा पातशाहियां दी आत्मक जोत हाजरा हजूर सतगुरु श्री गुरु ग्रंथ साहिब जियां दी पावन हजूरी विच बड़े ही प्रेम सहज शाम के दीवाना विच आप जिगड़ बैठे हो। आओ इस समय नूं सुहावना बनाइए। गुर इतिहास के पावन प्रसंगां दे विचों आप जी ने सरवण कीता सी। जदों पिंड दे लोकां ने नवाब राय बुलार जी के पास जा करके दुखदाई दुखांत दसिया। राय बुलार साहब बड़ी चिंता दे विच होए, मन बड़ा भावुक हो गया। उस वेले हुक्म कीता नानक जी नूं साडे पास लेके आओ। नौकर सेवादार कर गए ने, सतगुरां नूं नाल लेके आए ने। गुरु नानक साहब सच्चे पातशाह जी जिस वेले घर विच प्रवेश होए, सतगुरां दी हालत वेख राय बुलार साहब आपा खो बैठे। भावुक होके बच्चियां दे वांग रोण लगे ने। बार बार सतगुरां तो माफियां मंगदे ने। इन्ने नूं सतगुरां दे पिता भी बुलाए तो इसे थां ते पहुंच गए। गुरु नानक साहब जी नूं बड़े आदर सत्कार दे नाल पलंगे ते बिठा के राय बुलार साहब सतगुरां दे पिता दे नाल तकरार करदे ने। गुस्से दे विच उन्हां ने बड़ा कुछ बोलिया ते आप जी ने भी सरवण कीता। आओ कुछ समा मनचित व्यक्तियां नूं एकाग्रचित बनाइए। पाओ प्रेम की सांझ, बख्शो आसीस। गज बज के आखो जी सतनाम श्री वाहिगुरु साहिब जी। सतनाम श्री वाहिगुरु साहिब जी। मुझ सो करत अधिक तुम रोसो, हृदय विचारो कह के देखो। जिस वेले गुरु नानक साहिब जी दे पिता मेहता कालू जी राय भोए दी तलवंडी दे नवाब राय बुलार साहब गुस्से विच आके बोलदे ने, तेरे जिन्ना लोभी मैं जग ते नहीं वेखिया। तैनू अपने पुत साधु दी कदर कोई नहीं। जिहदी महिमा नूं जग जाणदा है, पर कल्याण चंद तू नहीं जान सकदा। तैनू हर वेले माया 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 भासदी है। पैसे तो बगैर तेरे जीवन में दूजी तीजी गल कोई नहीं। जो बड़ी देर तक खान साहब के वचनों नूं सतगुरां दे पिता सुनते रहे, थोड़ी देर बाद बोलन लगे, आखन लगे राय बुलार साहब मैं तुहाडे सारे वचनों का सन्मान करदा जिहड़ा तुहाडी गोद विच बैठा है। जिस वे तुसी हक दे विच पक्ष दे विच बोलदे हो, कदे इहदे बारे भी विचार के देखो। मन्निया मेरे विच गुस्सा बड़ा है, मैं क्रोधी बहुत हां। मेरे विच 100 अंगण होणगे,
ਪਰ ਇਸ ਵੇਲੇ ਤੁਸੀਂ ਆਪ ਦੱਸੋ ਮੇਰਾ ਕਸੂਰ ਕੀ ਹੈ, ਮੇਰਾ ਦੋਸ਼ ਕੀ ਹੈ। ਬਨ ਜਹੀਤ ਕਰਤੀ ਦਿਆ ਦਰਬਾਰ, ਜਾਏ ਫਕੀਰਨ ਅਰਪਿਓ ਸਰਬਾ। ਮੈਂ ਆਪਣੇ ਪੁੱਤ ਨੂੰ ਸਿਆਣਾ ਸਮਝ ਕੇ ਵਪਾਰ ਕਰਨ ਵਾਸਤੇ ਇਹਨੂੰ ਪੈਸੇ ਦਿੱਤੇ, ਮਾਇਆ ਦਿੱਤੀ। ਪੁੱਛੋ ਤੇ ਸਹੀ ਕਿਹੜਾ ਵਪਾਰ ਕੀਤਾ? ਵਿਹਲੜ ਭੁੱਖੇ ਸਾਧਾਂ ਨੂੰ ਇਹ ਪੈਸੇ ਲੁਟਾ ਕੇ ਆਇਆ ਹੈ। ਇਹ ਕਿਹੜਾ ਵਪਾਰ ਹੋਇਆ? ਵਪਾਰ ਦੇ ਵਿੱਚ ਲੋਕ ਮੁਨਾਫਾ ਕਮਾਉਂਦੇ ਨੇ, ਵਪਾਰ ਵਣਜ ਵਿੱਚ ਲੋਕ ਲਾਭ ਖੱਟ ਕੇ ਆਉਂਦੇ ਨੇ, ਕਦੇ ਘਾਟਾ ਨਹੀਂ ਖਾਂਦੇ ਲੋਕ ਸਿਆਣੇ। ਪਰ ਪੁੱਛੋ ਤੇ ਸਹੀ ਇਹਨੇ ਵਪਾਰ ਵਿੱਚੋਂ ਕੀ ਖੱਟੇ? 20 ਦੇ 20 ਰੁਪਈਏ ਇਹ ਗਵਾ ਕੇ ਆਇਆ ਏ। ਵਹਿਰ ਨਗਰ ਤੇ ਬੈਸਿਓ ਦੁਰਕੈ, ਉਤਰ ਦੀਨੋ ਕੋ ਘਰ ਮੁਰਕੈ। ਚਲੋ ਮੰਨ ਲਓ ਜਾਣੇ ਅਣਜਾਣੇ ਗਲਤੀ ਹੋ ਗਈ, ਕੋਈ ਗੱਲ ਨਹੀਂ। ਇੱਕ ਤੇ ਪੈਸੇ ਬਰਬਾਦ ਕੀਤੇ ਨੇ, ਦੂਜਾ ਫਿਰ ਚੋਰਾਂ ਵਾਂਗ ਲੁਕਿਆ ਹੋਏ ਪਿੰਡੋਂ ਬਾਰ-ਬਾਰ ਲੁਕ ਕੇ ਦੱਸੋ ਕਦੋਂ ਤੱਕ ਘਾਟੇ ਪੂਰੇ ਕਰੂਗਾ। ਜੇ ਮੈਂ ਉੱਥੇ ਪਹੁੰਚਿਆ ਜਾ ਕੇ ਪੁੱਛਿਆ, ਅੱਗੋਂ ਬੋਲਦਾ ਨਹੀਂ, ਪਿਤਾ ਗੁੱਸੇ 'ਚ ਬੋਲ ਰਹੇ, ਮੇਰੀ ਇੱਜ਼ਤ ਨਹੀਂ ਕੋਈ। ਭਰੇ ਸਮਾਜ ਦੇ ਸਾਹਮਣੇ ਮੈਂ ਇਹਨੂੰ ਬੁਲਾਉਣਾ ਤੇ ਨਹੀਂ ਬੋਲਦਾ, ਚੁੱਪ ਹੈ। ਇੱਕ ਚੋਰੀ, ਦੂਜੀ ਸੀਨਾ ਚੋਰੀ, ਇੱਕ ਤੇ ਧੋਖਾ ਕਰਕੇ ਆਇਆ, ਘਾਟਾ ਪਾ ਕੇ ਆਇਆ, ਤੇ ਜੇ ਬੁਲਾਇਆ ਪੁੱਛੋ ਅੱਗੋਂ ਜਵਾਬ ਨਹੀਂ ਦਿੰਦਾ। ਵਾਲੇ ਕਹੀ ਹਕੀਕਤ ਸਾਰੀ, ਤਹਿ ਬੈਸਿਓ ਸਰ ਜਹ ਬਿਨ ਬਾਰੀ। ਮੈਨੂੰ ਕੀ ਪਤਾ ਲੱਗਣਾ ਸੀ ਇਹਦੇ ਕੰਮਾਂ ਦਾ? ਮੈਨੂੰ ਤੇ ਇਹਦੇ ਸਾਥੀ ਬਾਲੇ ਨੇ ਦੱਸਿਆ। ਉਹ ਵੀ ਤਾਂ ਦੱਸ ਗਿਆ ਕਿਉਂਕਿ ਉਹ ਪਹਿਲਾਂ ਘਰੇ ਪਹੁੰਚ ਗਿਆ, ਜ਼ਿੰਮੇਵਾਰੀ ਸੀ ਉਹਦੇ ਕੋਲ। ਸੁੱਕੇ ਤਲਾਬ ਦੇ ਵਿੱਚ ਲੁਕਣ ਦਾ ਕੀ ਕੰਮ ਹੈ? ਪਹਿਲਾਂ ਤੇ ਗਲਤੀ ਕਰਨੀ ਨਹੀਂ ਚਾਹੀਦੀ। ਜਦੋਂ ਬਾਰ-ਬਾਰ ਮੈਂ ਇੱਕੋ ਗੱਲ ਕਹਿੰਦਾ ਰਿਹਾ, ਵੇਖੀ ਪੁੱਤਰਾ ਜੇ ਨਹੀਂ ਸੌਦਾ ਹੁੰਦਾ ਤੇ ਨਾ ਜਾਈ। ਕਹਿੰਦਾ ਸੀ ਪਿਤਾ ਜੀ ਜੋ ਕਹੋਗੇ ਉਹੀ ਕਰੂੰਗਾ। ਵੈਸੇ ਵੇਖਿਆ ਜਾਏ ਕਰਿਆ ਤੇ ਉਹੀ ਹੈ। ਪਿਤਾ ਹੀ ਕਹਿੰਦਾ ਸੀ ਨਾ ਖਰਾ ਸੌਦਾ ਕਰਕੇ ਆਓ। ਮਰਦ ਵੀ ਭਾਈ ਬਾਲੇ ਨੂੰ ਕਹਿੰਦੇ ਸੀ ਸਾਡੇ ਬਾਪੂ ਨੇ ਖਰਾ ਕਿਹਾ ਤੇ ਫਿਰ ਖਰਾ ਕਰਾਂਗੇ। ਕਹਿੰਦੇ ਸਤਿਗੁਰਾਂ ਦੇ ਪਿਤਾ ਹੋਰ ਭਾਵੁਕ ਹੋ ਕੇ ਬੋਲਣ ਲੱਗੇ, ਇੱਕ ਤੇ ਸਾਧਾਂ ਦੇ ਕੋਲ ਜਾ ਕੇ ਘਰ ਲੁਟਾਇਆ ਆ। ਗੱਲ ਅੱਜ ਦੇ 20 ਦੀ ਨਹੀਂ। ਜੇ ਇਹਨੂੰ ਨੱਥ ਨਾ ਪਾਈ, ਇਹਨੂੰ ਸਮਝਾਇਆ ਨਾ, ਅੱਜ ਤੇ 20 ਉਜਾੜੇ ਨੇ, ਕੱਲ 40 ਉਜਾੜੇਗਾ। ਪਿਤਾ ਸਿਰਫ ਆਪਣੇ ਪੁੱਤ ਨੂੰ ਪੁੱਤ ਸਮਝਦਾ ਹੈ, ਉਹ ਪਰਮੇਸ਼ਰ ਸਤਿਗੁਰੂ ਗੁਰੂ ਨਾਨਕ ਨਹੀਂ ਸਮਝ ਰਿਹਾ। ਇਸੇ ਕਰਕੇ ਉਹ ਤੂੰ ਤਰਾਜ ਕਰਕੇ ਬੋਲਦੇ ਆ। ਪੁੱਤ ਨੂੰ ਕੌਣ ਕਹਿੰਦਾ ਹੁੰਦਾ ਹਾਂਜੀ ਤੁਸੀਂ ਜੀ ਅਸੀਂ ਜੀ? ਬੋਲਦਾ ਕੋਈ? ਪੁਰਾਣੇ ਸਮੇਂ ਦੇ ਬਜ਼ੁਰਗ ਹੋਏ ਕਰਕੇ ਬੁਲਾਉਂਦੇ ਸੀ, ਪਰ ਬੱਚੇ ਉਹਨਾਂ ਨੂੰ ਕਰਦੇ ਸੀ, ਸਤਿਕਾਰ ਕਰਦੇ ਸੀ। ਗੁਰੂ ਨਾਨਕ ਸਾਹਿਬ ਮਰਦ ਚੁੱਪ ਚਪੀਤੇ ਪਲੰਗੇ ਤੇ ਬੈਠੇ ਬੋਲ ਰਹੇ ਨੇ, ਨਾ ਉਹ ਉਸਤਤ ਵੇਲੇ ਬੋਲਦੇ ਨੇ ਨਾ ਬੁਰਾਈ ਵੇਲੇ ਬੋਲਦੇ ਨੇ। ਕੋਈ ਉਹਨਾਂ ਨੂੰ ਮਾੜਾ ਵੀ ਆਖੇ ਉਸ ਵੇਲੇ ਵੀ ਕੋਈ ਰਿਸਪੌਂਡ ਨਹੀਂ ਹੁੰਦਾ, ਚੁੱਪ ਹੁੰਦੇ। ਪਿਤਾ ਜੀ ਨੇ ਆਪਣੇ ਵੱਲੋਂ ਜਿੰਨਾ ਹੋਇਆ ਸਾਰਾ ਬਲੇਮ ਆਪਣੇ ਪੁੱਤਰ ਤੇ ਪਾਇਆ। ਕਹਿੰਦੇ ਆ ਕੇ ਛੁਪਿਆ ਬੈਠਾ। ਇੱਕ ਤੇ ਇਹ ਸਿਆਣਾ ਸੀ, ਦੂਜਾ ਸਿਆਣਾ ਬਾਲਾ। ਦੋ ਜਣਿਆਂ ਨੂੰ ਭੇਜਿਆ। ਦੱਸੋ ਇਹਨਾਂ ਦੀ ਸਿਆਣਪ ਕਿੱਥੇ ਗਈ ਹੈ? ਤੁਸੀਂ ਨਹੀਂ ਇਹ ਕੰਮ ਕਰ ਸਕਦੇ, ਜਵਾਬ ਦੇ ਦਿਓ ਕਿ ਸੁਖਿਆ ਹੋਇਆ ਵੀ ਪਿਤਾ ਦੀ ਕਮਾਈ ਉਜਾੜਨੀ ਹੈ, ਘਰ ਨੂੰ ਬਰਬਾਦ ਕਰਨਾ ਹੈ। ਜਬ ਕੋ ਜਨਮਿਓ ਸੁਰਤ ਸੰਭਾਰਾ, ਕਈ ਬਾਰ ਇਉ ਸਦਨ ਉਜਾਰਾ। ਇੰਨੀ ਗੱਲ ਕਹਿ ਕੇ ਪਿਤਾ ਜੀ ਰੋ ਪਏ, ਬਹੁਤ ਹੀ ਤੰਗ ਹੈ। ਕਿੰਨੀ ਵਾਰ ਇਹਨੇ ਮੇਰਾ ਘਰ ਉਜਾੜਨ ਦੀ ਕੋਸ਼ਿਸ਼ ਕੀਤੀ ਹੈ। ਜਿਸ ਦਿਨ ਤੋਂ ਸੁਰਤ ਸੰਭਾਲੀ ਹੈ, ਬਚਪਨ ਤੋਂ ਲੈ ਕੇ ਅੱਜ ਤੱਕ, ਇਹ ਦੱਸ ਦਿਓ ਕਿਤੇ ਇੱਕ ਕੌਡੀ ਮੇਰੇ ਪੁੱਤ ਨਾਨਕ ਨੇ ਕਮਾਈ ਹੋਵੇ? ਅੱਜ ਤੇ ਬੜਾ ਸਾਊ ਬਣਿਆ ਹੋਇਆ, ਬੜਾ ਸ਼ਰੀਫ ਬਣਿਆ ਬੈਠਾ ਤੁਹਾਡੇ ਕੋਲੇ, ਪੁੱਛ ਕੇ ਦੱਸ ਦਿਓ। ਹਰ ਵੇਲੇ ਘਾਟਾ, ਹਰ ਵੇਲੇ ਗੁਨਾਹ, ਗਲਤੀ ਤੇ ਗਲਤੀ ਕਰਦਾ ਏ। ਸੁਣ ਬੁਲਾਰ ਪੁਨ ਗਿਰਾ ਬਿਖਾਨੀ, ਤਬ ਔਰ ਪਾਹਨ
ਨਿੰਦਾ ਥਾਨੀ। ਜਦੋਂ ਰਾਏ ਬੁਲਾਰ ਸਾਹਿਬ ਨੇ ਸਾਰੀਆਂ ਗੱਲਾਂ ਸੁਣੀਆਂ, ਹੱਥ ਖੜਾ ਕਰਕੇ ਕਹਿੰਦੇ ਬਸ ਕਰ, ਕਲਿਆਣ ਚੰਦ ਬਹੁਤ ਹੋ ਗਿਆ। ਮੰਨਿਆ ਨਾਨਕ ਜੀ ਕੋਲੋਂ ਇੱਕ ਵਾਰ ਗਲਤੀ ਹੋਈ ਹੋਊਗੀ, 2 ਵਾਰ ਹੋਈ ਹੋਏਗੀ, ਬੱਚੇ ਨੇ। ਨਵਾਬ ਸਾਹਿਬ ਦੇ ਬੋਲ ਕਿੰਨੇ ਪਿਆਰੇ ਆ, ਹੋ ਗਈ ਹੋਣੀ। ਪਰ ਮੈਨੂੰ ਲੱਗਦਾ ਹੈ ਤੇਰਾ ਦਿਲ ਪੱਥਰ ਜ਼ਰੂਰ ਆਖੋ ਸਤਨਾਮ, ਤੈਨੂੰ ਫਰਕ ਨਹੀਂ ਪੈਂਦਾ। ਪੱਥਰ ਜਿਗਰਾ ਤੇਰਾ, ਜਿਹਦਾ ਦਿਲ ਪੱਥਰ ਹੋ ਜੇ, ਦਿਮਾਗ ਪੱਥਰ ਹੋ ਜੇ, ਉਹ ਬੰਦਾ ਮਾਇਆ ਤੋਂ ਬਗੈਰ ਉਹਦਾ ਕੋਈ ਯਾਰ ਨਹੀਂ ਹੁੰਦਾ, ਪੈਸੇ ਤੋਂ ਬਗੈਰ ਉਹਦਾ ਕੋਈ ਮਿੱਤਰ ਨਹੀਂ ਹੁੰਦਾ। ਤੇ ਗੁਰੂ ਸਾਹਿਬ ਦੇ ਪਿਤਾ ਨੂੰ ਰਾਏ ਬੁਲਾਰ ਸਾਹਿਬ ਗੁੱਸੇ 'ਚ ਬੋਲੇ ਆ, ਕਹਿੰਦੇ ਤੈਨੂੰ ਕੀ ਪਤਾ ਹੈ ਸਾਰ ਦਾ, ਤੂੰ ਕੀ ਜਾਣਦਾ ਹੈ? ਪੱਥਰਾਂ ਨੂੰ ਕੀ ਪਤਾ ਪਾਣੀ ਕੀ ਹੈ? ਸਾਰੀ ਜ਼ਿੰਦਗੀ ਪੱਥਰ ਪਾਣੀ ਵਿੱਚ ਪਿਆ ਰਵੇ, ਕਦੇ ਭਿੱਜਦਾ, ਕਦੇ ਗਿੱਲਾ ਹੁੰਦਾ। ਬਾਣੀ ਪੜ੍ਹ ਕੇ ਵੇਖੋ, ਮਹਾਰਾਜ ਕਹਿੰਦੇ ਪੱਥਰ ਚਿੱਤ ਨਾ ਭਿੱਜਈ ਮੂਰਖ ਰਾਸਾ। ਕਹਿੰਦੇ ਸੱਜਣਾ, ਆ ਪੱਥਰ ਚਿੱਤ ਤੇਰਾ ਜੇ ਭਿੱਜਿਆ ਹੀ ਨਾ ਤੇ ਕੀ ਫਾਇਦਾ? ਕੋਈ ਫਾਇਦਾ ਨਹੀਂ ਹੈ। ਪੱਥਰ ਵਰਗਾ ਹਿਰਦਾ ਜਿਨ੍ਹਾਂ ਦਾ ਬਣ ਜਾਏ, ਉਹਨਾਂ ਨੂੰ ਇਨਸਾਨੀਅਤ ਨਹੀਂ ਦਿਸਦੀ, ਤਰਸ ਨਹੀਂ ਆਉਂਦਾ, ਦਇਆ ਨਹੀਂ ਆਉਂਦੀ। ਦੂਜਿਆਂ ਦੇ ਸਿਰਫ ਅਵਗੁਣ ਤੇ ਅਵਗੁਣ ਹੀ ਦਿਸਦੇ ਨੇ। ਰਾਏ ਬੁਲਾਰ ਸਾਹਿਬ ਆਖਣ ਲੱਗੇ, ਕਦੇ ਅੱਖਾਂ ਬੰਦ ਕਰਕੇ ਆਪਣੇ ਪੁੱਤ ਨੂੰ 1 ਮਿੰਟ ਪੋਤੀ ਸਮਝ ਲੈਂਦਾ, ਕਦੇ ਇਹਨੂੰ ਬੱਚਾ ਹੀ ਜਾਣ ਲੈਂਦਾ, ਜੇ ਤੈਥੋਂ ਰੱਬ ਜਾਣਿਆ ਜਾਂਦਾ ਨਹੀਂ। ਪੁੱਤਰ ਨਹਿ ਭੈ ਜਗਦੀਸ਼ਾ, ਪਰਮਾਰਥ ਕੀ ਸੁਮਤ ਨਾ ਲਿਸ਼ਾ। ਨਾ ਤੇਰੇ ਅੰਦਰ ਪੁੱਤਰ ਪ੍ਰਤੀ ਕੋਈ ਪ੍ਰੇਮ ਹੈ, ਤੇ ਨਾ ਕਲਿਆਣ ਚੰਦ ਤੇਰੇ ਅੰਦਰ ਕੋਈ ਪਰਮਾਰਥ ਹੈ। ਪਰਮਾਰਥ ਕਿਹਨੂੰ ਕਹਿੰਦੇ? ਪਰਮ ਅਰਥ, ਵੱਡੀ ਲੋੜ। ਵੱਡੀ ਲੋੜ ਕਾਹਦੀ ਹੈ? ਜੀਵਨ ਵਿੱਚ ਸਭ ਤੋਂ ਵੱਡੀ ਲੋੜ ਹੁੰਦੀ ਧਰਮ ਦੀ, ਪਰਮਾਤਮਾ ਦੀ। ਜਿਸ ਬੰਦੇ ਨੂੰ ਪਰਮਾਰਥ ਦੀ ਵਿਦਿਆ, ਪਰਮਾਰਥ ਦੀ ਬਣਤਰ ਤੇ ਪਰਮਾਰਥ ਦੇ ਰਾਹ ਦਾ ਨਹੀਂ ਨਾ ਪਤਾ, ਬਾਣੀ ਨੂੰ ਪੁੱਛੋ, ਸਤਿਗੁਰ ਕਹਿੰਦੇ ਭਾਈ ਤੂੰ ਕਾਹਤੋਂ ਜਗ ਜਾਣਿਆ? ਤੇਰੇ ਆਉਣ ਦਾ ਲਾਭ ਹੀ ਕੋਈ ਨਹੀਂ। ਜੇ ਤੈਨੂੰ ਧਰਮ ਦਾ ਨਹੀਂ ਪਤਾ, ਤੈਨੂੰ ਰੱਬ ਦੇ ਪ੍ਰੇਮ ਦਾ ਹੀ ਨਹੀਂ ਪਤਾ, ਸੇ ਕਾਹੇ ਜਗ ਆਏ ਰਾਮ ਰਾਜੇ। ਮਰਦ ਕਹਿੰਦੇ ਉਹਨਾਂ ਦਾ ਜੰਮਣਾ ਨਾ ਜੰਮਣਾ ਇੱਕ ਬਰਾਬਰ ਹੈ, ਧਰਤੀ ਤੇ ਪਾਰ ਹੁੰਦੇ। ਰਾਏ ਬੁਲਾਰ ਸਾਹਿਬ ਭਾਵੁਕ ਨੇ ਗੁੱਸੇ ਦੇ ਵਿੱਚ ਆ ਕੇ, ਕਿਉਂਕਿ ਆਪਣੇ ਪਿਆਰੇ ਤੇ ਆ ਚਾਹੀਏ। ਕਹਿੰਦੇ ਤੂੰ ਕਦੇ ਧਰਮ ਨਹੀਂ ਪਛਾਣ ਸਕਦਾ। ਮੰਨਿਆ ਤੂੰ ਜਨੇਊ ਪਾਇਆ ਹੋਇਆ, ਮੰਨ ਲਿਆ ਤੂੰ ਖੱਤਰੀਆਂ ਦੇ ਵਿੱਚੋਂ ਵੱਡਾ ਹੋਏਗਾ, ਬ੍ਰਾਹਮਣ ਤੇਰਾ ਪਾਣੀ ਭਰਦੇ ਹੋਣਗੇ। ਪਰ ਕਲਿਆਣ ਚੰਦ ਜੀ, ਤੇਰੇ ਦਿਲ ਵਿੱਚ ਰਤਾ ਤਰਸ ਨਹੀਂ, ਆਖੋ ਸਤਨਾਮ। ਮਾਸੂਮ ਜੇ ਫੁੱਲ ਵਰਗੇ ਬੱਚੇ ਦੇ ਮੁਖ ਤੇ ਚਪੇੜਾ ਮਾਰੀਆਂ, ਕਿਹੜੀ ਬਹਾਦਰੀ ਹੈ, ਕਿਹੜੀ ਮਰਦਾਨਗੀ ਹੈ? ਬੱਚਿਆਂ ਤੇ ਔਰਤਾਂ ਤੇ ਹੱਥ ਚੁੱਕਣਾ ਕੋਈ ਮਰਦਾਨਗੀ ਥੋੜਾ ਹੁੰਦੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੇ ਸਪਸ਼ਟ ਆਖਦੇ, ਕਹਿੰਦੇ ਬੱਚੇ ਤੇ ਹੱਥ ਚੁੱਕਣ ਵਾਲਾ ਤੇ ਔਰਤ ਤੇ ਹੱਥ ਚੁੱਕਣ ਵਾਲਾ ਮਰਦ ਤੇ ਛੱਡੋ, ਬੰਦਾ ਵੀ ਨਹੀਂ ਹੋ ਸਕਦਾ। ਆਖੋ ਸਤਨਾਮ, ਕਿੱਡਾ ਵੱਡਾ ਭਾਵ ਹੈ। ਇਸੇ ਕਰਕੇ ਸਮਝਾਉਂਦੇ ਨੇ, ਕਹਿੰਦੇ ਵੇਦ ਪੜ੍ਹੇ ਜ਼ਰੂਰ ਨੇ, ਵਿਚਾਰੇ ਨਹੀਂ ਤੁਸੀਂ। ਇੱਕ ਮਾਸੂਮ ਜੇ ਬੱਚੇ ਨੂੰ ਇੰਨੀਆਂ ਚਪੇੜਾਂ ਮਾਰੀਆਂ ਲੋਕਾਂ ਦੇ ਸਾਹਮਣੇ, ਉਹਨੂੰ ਜ਼ਲੀਲ ਕੀਤਾ ਏ। ਲੋਭ ਲਹਿਰ ਔਰ ਸ਼ਰਦਾ ਖਾਲੀ, ਅਜਮਤ ਸਮਝਤ ਕਿਤਨਾ ਬਸਾਲੀ। ਭਾਈ ਬਾਲਾ ਜੀ ਕਹਿੰਦੇ ਮੈਨੂੰ ਵੀ ਬੁਲਾਇਆ ਗਿਆ ਉੱਥੇ ਫਰੀਕ ਜ਼ਹਿਰੀ ਵਿੱਚ, ਮੈਂ ਵੀ ਆ ਕੇ ਮੱਥਾ ਟੇਕਿਆ। ਜਦੋਂ ਮੈਂ ਸਤਿਗੁਰਾਂ ਦੇ ਪਿਤਾ ਦੇ ਪੈਰੀ ਹੱਥ ਲਾਉਣ ਲੱਗੇ, ਮੈਨੂੰ ਕਹਿੰਦਾ ਪਾਸੇ ਹੋ ਜਾ, ਨੇੜੇ ਨਾ ਮਿਲੇ, ਤੂੰ ਜਾ ਰਿਹਾ ਇਨਸਾਨੀ। ਹੁਣ ਪੁੱਤ ਚੰਗਾ ਲੱਗਣ ਲੱਗ ਗਿਆ, ਤੂੰ ਸਾਰੇ ਫਸਾਦ ਦੀ ਜਾੜਾ ਮਾਲਿਆ, ਮੇਰੇ ਪੁੱਤ ਦੇ ਜੇ ਚਪੇੜਾਂ ਵੱਜੀਆਂ ਤੇ ਤੇਰੇ ਕਰਕੇ। ਆਖੋ ਸਤਨਾਮ, ਆ ਜ਼ਮਾਨਾ ਹੈ, ਸੱਚੀ ਗੱਲ ਹੈ ਜੀ। ਧੀ ਪੁੱਤ ਕਿਸੇ ਦਾ ਗੁਨਾਹ ਕਰਕੇ ਆਇਆ ਹੋਵੇ, ਬਰਾਬਰ ਦੀ ਗਲਤੀ ਹੋਵੇ, ਤੇ ਮਾਪੇ ਕੋਸ਼ਿਸ਼ ਕਰਦੇ ਆ ਦੂਜੇ ਦੇ ਧੀ ਪੁੱਤ ਨੂੰ ਬਦਨਾਮ ਕਰੋ ਤੇ ਆਪਣੇ ਤੇ ਪਰਦਾ ਪਾਓ। ਸੁਭਾਵਕ ਇਹਨੂੰ ਉਹ ਕਹਿੰਦੇ ਆ। ਜਦੋਂ ਰਾਏ ਬੁਲਾਰ ਸਾਹਿਬ ਨੇ ਦ੍ਰਿਸ਼ ਵੇਖਿਆ, ਕਹਿੰਦੇ ਇਹਦਾ ਕੀ ਕਸੂਰ ਹੈ, ਇਹਨਾਂ ਜੋ ਕੀਤਾ ਸਹੀ ਕੀਤਾ। ਤੇ ਪਿਤਾ ਜੀ ਨੂੰ ਗੁੱਸਾ ਫੇਰ ਆ ਗਿਆ ਵੀ ਗਲਤ ਨੂੰ ਸਹੀ ਦੱਸ ਦਿਆ, ਕਾਹਦਾ ਇਨਸਾਫ ਹੈ? ਮੇਰੇ ਵੀ ਚਲੇ ਗਏ, ਇਹ ਕਹਿੰਦੇ ਸਹੀ ਕੀਤਾ ਹੈ। ਫੇਰ ਉੱਚੀ ਉੱਚੀ ਬੋਲਣ ਲੱਗੇ। ਪਰ ਉਸ ਵੇਲੇ ਰਾਏ ਬੁਲਾਰ ਸਾਹਿਬ ਆਖਣ ਲੱਗੇ, ਕਹਿੰਦੇ ਤੂੰ ਲੋਭੀ ਹੋ ਗਿਆ, ਤੇਰੇ ਲੋਭ ਨੇ ਮਿੱਤਰਤਾ ਖਤਮ ਕਰਤੀ ਰੱਬ ਦੀ। ਲੋਭੀ ਦਾ ਮਿੱਤਰ ਕੌਣ ਹੈ? ਆਪਣੇ ਲੋਭ ਕੋ ਕੀਨੋਗੇ।
ਲੋਭੀ ਬੰਦੇ ਦਾ ਕੋਈ ਮਿੱਤਰ ਨਹੀਂ ਹੁੰਦਾ। ਜਿੱਥੋਂ 4 ਪੈਸੇ ਬਣਦੇ ਆ, 4 ਦਾ ਕਿਤੇ ਲਾਭ ਮਿਲਦਾ ਨਾ, ਉਸੇ ਲਈ ਉਹੀ ਸਮਾਂ ਸਲਾਮ ਦਾ ਏ, ਉੱਥੇ ਹੀ ਨਮਸਕਾਰ ਹੈ। ਪਿਤਾ ਜੀ ਨੂੰ ਇਹ ਸ਼ਬਦ ਕਹਿੰਦੇ ਉਹਨਾਂ ਨੇ, ਕਹਿੰਦੇ ਤੂੰ ਲੋਭੀ ਆ। ਲੋਭੀ ਬੰਦੇ ਅੰਦਰ ਕਦੇ ਸ਼ਰਧਾ ਨਹੀਂ ਹੁੰਦੀ। ਦੋ ਚੀਜ਼ਾਂ ਕਦੇ ਇਕੱਠੀਆਂ ਨਹੀਂ ਰਹਿ ਸਕਦੀਆਂ। ਜਿਸ ਬੰਦੇ ਦੀ ਜ਼ਿੰਦਗੀ ਦੇ ਵਿੱਚ ਲੋਭ ਹੈ, ਅਜਮਾ ਕੇ ਵੇਖ ਲਿਓ 100%, ਉਸ ਬੰਦੇ ਅੰਦਰ ਕਦੇ ਸ਼ਰਧਾ ਨਹੀਂ ਆ ਸਕਦੀ। ਜਿਸ ਵਿਅਕਤੀ ਅੰਦਰ ਸ਼ਰਧਾ ਰੱਬ ਦੀ ਹੈ ਤੇ ਰੱਬ ਦੇ ਪਿਆਰਿਆਂ ਦੀ, ਚਾਹ ਕੇ ਵੀ ਕਦੇ ਲੋਭੀ ਨਹੀਂ ਹੋ ਸਕਦਾ। ਖੋ ਸਤਨਾਮ ਚਾਹ ਕੇ ਵੀ। ਬਸ ਇੱਥੇ ਪਤਾ ਲੱਗ ਜਾਣਾ ਬੰਦਾ ਖੜਿਆ ਕਿੱਥੇ ਹੈ, ਸਟੈਂਡ ਕਿੱਥੇ ਹੈ। ਕਿਉਂਕਿ ਬੰਦੇ ਨੂੰ ਆਪਣੇ ਔਗੁਣਾਂ ਦਾ ਪਤਾ ਹੁੰਦਾ ਹੈ। ਸਪਸ਼ਟ ਕਹਿ ਦਿੱਤਾ, ਤਾਈਓ ਤੂੰ ਨਾਨਕ ਜੀ ਨੂੰ ਪਛਾਣ ਹੀ ਨਹੀਂ ਸਕਦਾ। ਤੈਨੂੰ ਆਪਣਾ ਪੁੱਤ ਵੀ ਨਹੀਂ ਲੱਗਦਾ, ਸਿਆਣਾ ਵੀ ਨਹੀਂ ਲੱਗਦਾ। ਚੱਲ ਰੱਬ ਮੰਨਣਾ ਬੜੀ ਦੂਰ ਦੀ ਗੱਲ ਹੈ, ਧਰਮਾਤਮਾ ਮੰਨਣਾ ਕਹਿੰਦੇ ਉਹ ਤੇ ਪਤਾ ਨਹੀਂ ਕਿਹੜੇ ਜਨਮ ਦੀ ਗੱਲ ਹੈ। ਤੂੰ ਕਦੇ ਆਪਣੇ ਪੁੱਤ ਨੂੰ ਸ਼ਰੀਫ ਸ਼ਰਾਫਤ ਨਹੀਂ ਸਮਝੀ ਦੀ। ਸਾਧੂ ਵੀ ਨਹੀਂ ਜਾਣਿਆ, ਫਕੀਰ ਵੀ ਨਹੀਂ ਜਾਣਿਆ, ਸਿੱਧਾ ਹੀ ਸਮਝਦਾ ਰਿਹਾ ਸਾਰੀ ਜ਼ਿੰਦਗੀ ਵੀ ਪੁੱਤ ਮੇਰਾ ਸਿੱਧਾ, ਇਹਨੂੰ ਘਾਟੇ ਵਾਧੇ ਦਾ ਪਤਾ ਕੋਈ ਨਹੀਂ। ਸਿੱਧਾ ਕੀ ਹੈ? ਸਿੱਧੇ ਦਾ ਭਾਵ ਕੀ ਹੁੰਦਾ? ਸਿੱਧੇ ਦਾ ਭਾਵ ਮਾੜਾ ਹੀ ਹੁੰਦਾ ਹੈ। ਮਾਫ ਕਰਿਓ, ਸਿੱਧਾ ਉਹਨੂੰ ਕਹਿੰਦੇ ਜਿਹੜਾ ਅੱਧਾ ਪਾਗਲ ਹੋਵੇ, ਉਸੇ ਨੂੰ ਕਹਿੰਦੇ ਨਾ, ਜਾਂ ਮੈਂ ਗਲਤ ਹੋ ਸਕਦਾ। ਸਿੱਧਾ ਸਿਰਫ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਅੱਧਾ ਹਿੱਲਿਆ ਹੋਵੇ, ਵੀ ਇਹਨੂੰ ਪ੍ਰੋਪਰ ਨਹੀਂ ਪਤਾ। ਹੁਣ ਇੱਕ ਗੱਲ ਬੜੀ ਸਿੱਧੀ ਦੀ ਹੈ ਜੀ, ਸਾਡੇ ਪਿੰਡਾਂ 'ਚ ਅੱਜ ਕੱਲ੍ਹ ਨਾ ਸਧਾਰਨ ਪਾਠ ਵੀ ਹੁੰਦੇ ਆ। ਸਤਿਨਾਮ। ਇੱਕ ਪਾਸੇ ਸਿੱਧਾ ਪਾਗਲ ਆ ਤੇ ਦੂਜੇ ਪਾਸੇ ਸਧਾਰਨ, ਮਤਲਬ ਇੱਕ ਸਧਾਰਨ ਹੈ ਤੇ ਦੂਜਾ ਟ੍ਰੈਂਡਿੰਗ ਹੈ ਵੀ ਉਹ ਕਾਸਟਲੀ ਹੈ, ਮਹਿੰਗਾ ਹੈ, ਸਿਆਣਾ ਹੈ। ਸਧਾਰਨ ਕੀ ਹੈ? ਸਧਾਰਨ ਨਹੀਂ ਕੋਈ ਹੁੰਦਾ, ਸਹਿਜ। ਜਿਹਨੂੰ ਸਹਿਜ ਨਾਲ ਪੜ੍ਹਨਾ ਉਹਨੂੰ ਸਹਿਜ ਕਿਹਾ ਜਾਂਦਾ ਹੈ। ਸਧਾਰਨ ਦਾ ਅਰਥ ਹੁੰਦਾ ਪਾਗਲ, ਝੱਲਾ। ਤੇ ਅੱਜ ਤੱਕ ਰਹਿਤ ਮਰਿਆਦਾ ਪੜ੍ਹ ਕੇ ਵਿਖਾ ਦਿਓ ਜੀ, ਇਹ ਕਿਹੜਾ ਪਾਠ ਹੈ ਜਿਹੜਾ ਝੱਲਾ ਪਾਠ ਹੁੰਦਾ ਹੈ, ਸਧਾਰਨ ਹੁੰਦਾ ਹੈ। ਇਹ ਸਾਡੀਆਂ ਸਧਾਰਨ ਬੋਲੀਆਂ ਨੇ, ਸਿੱਧਰੇ ਪੜ੍ਹਦੇ। ਕਿਉਂਕਿ ਜਿਨ੍ਹਾਂ ਲੋਕਾਂ ਅੰਦਰ ਭਾਵ ਨਹੀਂ ਨਾ ਹੁੰਦਾ, ਉਹ ਇਹ ਚੀਜ਼ਾਂ ਜਾਣਦੇ ਨਹੀਂ। ਪੂਰਨ ਤੌਰ ਤੇ ਮਨਾਹੀ ਹੈ ਸਹਿਜ ਪਾਠ ਨੂੰ ਸਧਾਰਨ ਪਾਠ ਕਹਿਣਾ, ਪਰ ਨਹੀਂ ਕਹੀ ਜਾਂਦੇ ਆ। ਪ੍ਰਚਲਿਤ ਹੈ, ਦਾਦੇ ਪੜਦਾਦੇ ਜਿਵੇਂ ਕਹਿੰਦੇ ਸੀ ਉਵੇਂ ਅਸੀਂ ਕਹੀ ਜਾਂਦੇ ਆ। ਇੱਥੇ ਰਾਏ ਬੁਲਾਰ ਸਾਹਿਬ ਨੂੰ ਗੁੱਸਾ ਆ ਗਿਆ, ਕਹਿੰਦੇ ਤੂੰ ਆਪਣੇ ਪੁੱਤ ਨੂੰ ਸਧਾਰਨ ਦੱਸਦਾ ਰਹਿਣਾ, ਸਿੱਧਾ ਦੱਸਦਾ ਰਹਿਣਾ। ਕੀ ਹੈ ਜੇ ਸਿੱਧਾ? ਇਹ ਦੁਨੀਆ ਵਾਂਗੂ ਸਿੱਧਾ ਨਹੀਂ, ਇਹਦੇ ਚ ਵਲਛਲ ਕੋਈ ਨਹੀਂ। ਇਹ ਮਨ ਕਰਕੇ ਸਿੱਧਾ। ਆਖੋ ਸਤਿਨਾਮ। ਸਿੱਧਾ ਵੀ ਤੇ ਦੋ ਤਰ੍ਹਾਂ, ਸਟ੍ਰੇਟ ਫਾਰਵਰਡ ਹੋਣਾ, ਮਨ ਚ ਕੁਛ ਨਹੀਂ ਰੱਖਣਾ, ਕਿਸੇ ਪ੍ਰਤੀ ਵੈਰ ਵਿਰੋਧ, ਕਿਸੇ ਨੇ ਗਾਲ ਵੀ ਕੱਢਤੀ, ਬੁਰਾ ਵੀ ਬੋਲਤਾ ਜੀ, ਬੁਲਾ ਲਿਆ ਤੇ ਫਿਰ ਉਹ ਹੀ ਗਿਆ। ਤੇ ਇੱਕ ਮੇਰੇ ਵਾਂਗੂ 100 ਵਾਰ ਰੱਖਿਆ ਹੁੰਦਾ ਅੰਦਰ ਵੀ ਫਲਾਣੇ ਟਾਈਮ ਫਲਾਣੇ ਨੇ ਆਹ ਗੱਲ ਕਹੀ, ਕੋਈ ਨਹੀਂ ਮੈਂ ਤੇ ਬਦਲਾ ਲਊ। ਹੈ ਨਾ ਫਰਕ? ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਨੂੰ ਜਦੋਂ ਇਹ ਸ਼ਬਦ ਆਖੇ, ਰਾਏ ਬੁਲਾਰ ਸਾਹਿਬ ਕਹਿੰਦੇ ਹੁਣ ਨਹੀਂ ਬੋਲਣਾ, ਬਹੁਤ ਹੋ ਗਿਆ, ਮੈਂ ਬੜੀ ਵਾਰ ਤੈਨੂੰ ਆਖਿਆ, ਪਰ ਤੂੰ ਆਪਣੇ ਪੁੱਤ ਨੂੰ ਸਿੱਧਾ ਕਹਿ ਕੇ ਲੋਕਾਂ 'ਚ ਬਦਨਾਮ ਕਰਦਾ। ਇਹ ਸੁਭਾਵਿਕ ਗੱਲ ਹੈ। ਕਿਸੇ ਦਾ ਰੱਬ ਨਾ ਕਰੇ ਬੱਚਾ ਸਿੱਧਾ ਹੋਵੇ ਨਾ, ਜੇ ਮਾਪੀ ਉਹਨੂੰ ਏਦਾਂ ਹੀ ਬਾਰ-ਬਾਰ ਕਹਿੰਦਾ ਤੇ ਝੱਲਾ ਹੈ ਤੇ ਸਿੱਧਾ ਹੈ, ਅਗਲਾ ਸੋਚਦਾ ਹੁਣ ਸਿਆਣਾ ਬਣ ਕੇ ਲੈਣਾ ਵੀ ਕੀ ਆ। ਸਤਿਨਾਮ। ਮੈਂਟੈਲਿਟੀ ਉੱਤੇ ਖੜ ਜਾਂਦੀ ਹੈ ਵੀ ਜੇ ਮੈਂ ਕੋਈ ਚੰਗਾ ਕੰਮ ਕੀਤਾ ਵੀ ਤੇ ਮੈਨੂੰ ਕਿਹੜਾ ਐਪਰੀਸ਼ੀਏਟ ਕਰਨਾ, ਕਿਸੇ ਨੇ ਚੰਗਾ ਥੋੜਾ ਕਹਿਣਾ, ਕਰਿਆ ਹੀ ਕਹਿਣਾ, ਲੈ ਨਾ ਹੀ ਕਰਦਾ, ਦਿਲ 'ਚ ਬਹਿ ਜਾਂਦੀ ਗੱਲ, ਘਰ ਕਰ ਜਾਂਦੀ ਹੈ। ਤੇ ਜਿਹੜੇ ਸਿਆਣੇ ਮਾਂ-ਬਾਪ ਨੇ ਉਹ ਆਪਣੇ ਝੱਲੇ ਪੁੱਤ ਨੂੰ ਵੀ ਕਦੇ ਝੱਲਾ ਨਹੀਂ ਕਹਿੰਦੇ, ਕਹਿੰਦੇ ਸਿਆਣਾ ਬੜਾ ਹੈ ਤੇ ਸੂਝਵਾਨ ਹੈ, ਤਾਂ ਜੋ ਇਹਨੂੰ ਕੰਮ ਕਰਨ ਦਾ ਚਾਅ ਜਾਗੇ ਅੱਗੇ ਹੋਵੇ। ਤੇ ਪਿਤਾ ਜੀ ਤੇ ਸ਼ਰੇਆਮ ਕਹਿੰਦੇ ਮੇਰਾ ਪੁੱਤ ਸਿੱਧਾ ਹੈ, ਇਹਨੂੰ ਪਤਾ ਕੁਛ ਨਹੀਂ। ਤੇ ਖਾਨ ਸਾਹਿਬ ਕਹਿੰਦੇ ਜੇ ਪਤਾ ਨਹੀਂ ਫਿਰ ਵਪਾਰ ਕਰਨ ਤੋਂ ਭੇਜਿਆ। ਜਦੋਂ ਤੂੰ ਆਪ ਕਹਿੰਦਾ ਮੇਰਾ ਪੁੱਤ ਸਿੱਧਾ ਤੇ ਥੱਪੜ ਮਾਰਨ ਦਾ ਕੀ ਭਾਵ ਹੈ? ਪਿਤਾ ਜੀ ਆਪਣੀਆਂ ਗੱਲਾਂ ਦੇ ਜਾਲ ਵਿੱਚ ਆਪ ਹੀ ਫਸ ਗਏ ਨੇ। ਬਾਰ ਪਾਰਸ ਘਰ ਪਰ ਹਰਿ ਉਰਤੇ, ਚਾਹਤ ਫਿਰਤ ਸੋ ਕੋਡੀ ਪਰਤੇ। ਫਿਰ ਪ੍ਰਮਾਣ ਉਹਨਾਂ ਪਤਾ ਕੀ ਦਿੱਤਾ? ਬੇਸ਼ੱਕ ਉਹ ਜਾਤ ਦੇ ਮੁਸਲਮਾਨ ਨੇ, ਕਹਿੰਦੇ ਕਿਸੇ ਵਿਅਕਤੀ ਦੇ ਘਰੇ ਆ ਗਿਆ ਪਾਰਸ ਵੱਟੀ, ਜਿਹੜੀ ਵੀ ਧਾਤ ਨੂੰ ਲਾਇਆ ਸੋਨਾ ਬਣਾ ਕੇ ਰੱਖਦਾ, ਪਰ ਕਹਿੰਦੇ ਉਸ ਵਿਅਕਤੀ ਨੇ ਕਦੇ ਪਾਰਸ ਨੂੰ ਜਾਣੀ ਸਮਝਿਆ ਨਹੀਂ। ਉਹ ਲੋਕਾਂ ਨਾਲ ਲੜਦਾ ਫਿਰਦਾ ਹੈ, ਇੱਕ ਕੌਡੀ ਪਿੱਛੇ ਤੂੰ 5 ਰੁਪਏ ਦੇਏਗਾ ਤੇ ਇੱਥੋਂ 20 ਮਿਲ ਜਾਣਗੇ, 100 ਦੇ ਦੇਗਾ। ਪਰ ਕਹਿੰਦੀ ਉਸ ਝੱਲ ਨੂੰ ਇਹ ਨਹੀਂ ਪਤਾ ਵੀ ਮੈਂ ਲੋਕਾਂ ਤੋਂ ਕਿਉਂ ਮੰਗਦਾ ਫਿਰਦਾ। ਜੇ ਪਾਰਸ ਵੱਟੀ ਮਨੂਰ ਕੱਚੇ ਲੋਹੇ ਨੂੰ ਵੀ ਲਾਤੀ ਤੇ ਉਹ ਵੀ ਸੋਨਾ ਬਣ ਜੂ, ਤੇ ਮੰਗਣ ਦੀ ਲੋੜ ਹੈ?
ਬਸ ਇਹ ਬਚਨ ਕਹਿ ਕੇ ਆਖਣ ਲੱਗੇ, ਪੁੱਤ ਤੇਰਾ ਪਾਰਸ ਹੈ, ਕਲਿਆਣ ਚੰਦ ਤੈਨੂੰ ਇਹਦੀ ਕਦਰ ਕੋਈ ਨਹੀਂ। ਆਖੋ ਸਤਿਨਾਮ। ਤੂੰ ਕੌਡੀਆਂ ਪਿੱਛੇ ਲੜਦਾ ਫਿਰਦਾ ਹੈ, 20 ਰੁਪਏ ਪਿੱਛੇ ਇਹਨੂੰ ਤੰਗ ਕਰਦਾ ਹੈ, ਇਹਨੂੰ ਝਿੜਕਦਾ ਏ। ਜਿਉ ਅਜਾਣ ਕੋ ਪ੍ਰਾਪਤ ਹੀਰਾ, ਕਿਉ ਸੁਖ ਪਾਵਹਿ ਰੰਕ ਅਧੀਰਾ। ਕਿਸੇ ਅਣਜਾਣ ਤੇ ਗਰੀਬ ਬੰਦੇ ਨੂੰ ਹੀਰਾ ਮਿਲ ਜੇ, ਉਹਨੂੰ ਉਹਦੀ ਕਦਰ ਦਾ ਪਤਾ ਨਾ ਹੋਵੇ ਤੇ ਪੱਥਰ ਬਣਾ ਆਪਣਾ ਖੇਡੀ ਜਾਂਦਾ ਹੈ। ਬੱਚਿਆਂ ਨੂੰ ਫੜਾ ਦਿੰਦਾ, ਖੇਡ ਲੋ, ਪੱਥਰ ਹੀ ਹੈ। ਕਹਿੰਦੇ ਦੁਖੀ ਕਰਨਾ ਉਹ। ਬਸ ਕਲਿਆਣ ਚੰਦ ਮੁੱਕਦੀ ਗੱਲ ਤੈਨੂੰ ਆਖਾਂ, ਕੀ ਕਹਾਂ ਤੈਨੂੰ, ਤੂੰ ਨਾਨਕ ਦਾ ਪਿਤਾ ਹੈ। ਰੱਬ ਨੇ ਤੈਨੂੰ ਹੀਰਾ ਦਿੱਤਾ, ਤੈਨੂੰ ਕਦਰ ਹੀ ਕੋਈ ਨਹੀਂ। ਆਖੋ ਸਤਿਨਾਮ। ਕੋਈ ਕਦਰ ਨਹੀਂ, ਤੂੰ ਨਹੀਂ ਜਾਣਦਾ। ਹੀਰਿਆਂ ਦੀ ਕਦਰ ਕਦੋਂ ਪਤਾ ਲੱਗਦੀ, ਜਦੋਂ ਗੁੰਮ ਜੇ, ਗਵਾਚ ਜੇ। ਤੇ ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਕਦਰ ਉਹਨਾਂ ਦੇ ਪਿਤਾ ਨਹੀਂ ਜਾਣਦੇ, ਇਹ ਸਾਹਿਬ ਸੱਚੇ ਪਾਤਸ਼ਾਹ ਆਪ ਚੋਜ ਵਰਤਾ ਰਹੇ ਆ। ਵਕਤ ਬਤੀਤ ਹੁੰਦਾ ਗਿਆ, ਅੱਜ ਲੰਮੇ ਸਮੇਂ ਤੋਂ ਬਾਅਦ ਵੀ ਰਾਏ ਬੁਲਾਰ ਸਾਹਿਬ ਉਹੀ ਬਚਨ ਆਖਦੇ ਨੇ ਜੋ ਕਦੇ ਉਹਨਾਂ ਨੇ ਕੁਝ ਮਹੀਨੇ ਪਹਿਲਾਂ ਸਭਾ ਦੇ ਵਿੱਚ ਆਖਿਆ ਸੀ। ਸ੍ਰੀ ਨਾਨਕ ਤਨ ਧਰ ਘਰ ਹਿੰਦੂ, ਤੁਰਕ ਜਨਮ ਆਪਣੋ ਮਨ ਬਿੰਦੂ। ਆਖਣ ਲੱਗੇ ਤੁਹਾਡਾ ਤੇ ਜਾਮਾ ਹਿੰਦੂਆਂ ਦਾ ਹੈ। ਰਾਏ ਬੁਲਾਰ ਸਾਹਿਬ ਉਹ ਕਹੇ, ਜਾਮਾ ਨਾਮ ਸਰੀਰ ਦਾ ਹੈ, ਤੁਸੀਂ ਹਿੰਦੂ ਪਰਿਵਾਰ ਵਿੱਚ ਜੰਮੇ ਹੋ ਤੇ ਮੇਰਾ ਜਾਮਾ ਸਰੀਰ ਮੁਸਲਮਾਨਾਂ ਵਾਲਾ ਹੈ। ਮੇਰਾ ਚਿੱਤ ਕਰਦਾ ਹੈ ਮੈਂ ਨਾਨਕ ਜੀ ਨੂੰ ਆਪਣੇ ਘਰ ਦੇ ਵਿੱਚ ਸਦੀਵੀ ਤੌਰ ਤੇ ਰੱਖ ਲਾਂ। ਪਰ ਉਹਨਾਂ ਸਮਿਆਂ ਵਿੱਚ ਜਾਤ ਮਜ਼ਹਬ ਧਰਮ ਦੀ ਨਫ਼ਰਤ ਬੜੀ ਸੀ। ਮੁਸਲਮਾਨ ਹਿੰਦੂ ਦਾ ਪਾਣੀ ਨਹੀਂ ਸੀ ਪੀਂਦਾ ਤੇ ਹਿੰਦੂ ਮੁਸਲਮਾਨ ਦੇ ਘਰ ਨਹੀਂ ਸੀ ਵੜਦਾ। ਰਾਏ ਬੁਲਾਰ ਸਾਹਿਬ ਕਹਿੰਦੇ ਮੈਂ ਇੰਨਾ ਬੇਵਾਸਾਂ, ਤੈਨੂੰ ਹੀਰੇ ਦੀ ਕਦਰ ਕੋਈ ਨਹੀਂ, ਤੂੰ ਪਾਰਸ ਦੀ ਇੱਜ਼ਤ ਨਹੀਂ ਜਾਣਦਾ। ਤੇ ਮੈਂ ਚਾਹੁੰਦਾ ਗੁਰੂ ਨਾਨਕ ਸਾਹਿਬ ਨੂੰ ਸਦੀਵ ਤੌਰ ਤੇ ਹਮੇਸ਼ਾ ਲਈ ਆਪਣੇ ਘਰ 'ਚ ਰੱਖ ਲਾਂ, ਇਹਨਾਂ ਨੂੰ ਪੁੱਤਾਂ ਤੋਂ ਵੱਧ ਕੇ ਪਾਲਾਂ, ਰੱਬ ਮੰਨ ਕੇ ਇਹਨਾਂ ਦੀ ਸੇਵਾ ਕਰਾਂ। ਰੋ ਪਏ, ਕਹਿੰਦੇ ਇਹ ਕਦੇ ਹੋ ਨਹੀਂ ਸਕਦਾ। ਆਖੋ ਸਤਿਨਾਮ। ਨਾਮੁਮਕਿਨ ਹੈ। ਇਹ ਕਿਵੇਂ ਹੋਏਗਾ? ਕਿਉਂਕਿ ਪਿਤਾ ਜੀ ਨੇ ਜਨੇਊ ਪਾਇਆ ਹੋਇਆ ਹੈ, ਸਨਾਤਨ ਮਤ ਨੂੰ ਮੰਨਦੇ ਆ ਉਹ, ਤੇ ਇੱਕ ਚਲੋ ਸੰਸਾਰੀ ਰਾਜੇ ਕਰਕੇ ਪਿਆਰ ਹੈ, ਹੋਰ ਕੋਈ ਜ਼ੋਰ ਨਹੀਂ ਚੱਲਦਾ। ਰਾਜਨੀਤੀ ਵਿੱਚ ਕਈ ਵਾਰ ਦੂਜੇ ਧਰਮ ਦੇ ਵਿਅਕਤੀ ਨੂੰ ਪ੍ਰਵੇਸ਼ ਕਰਾਉਣਾ ਪੈਂਦਾ, ਉੱਤੋਂ ਬੜੇ ਮਿੱਠੇ ਹੁੰਦੇ, ਅੰਦਰ ਤੇ ਜ਼ਹਿਰ ਹੀ ਹੁੰਦਾ ਹੈ। ਅੱਜ ਭੁੱਲ ਰਿਹਾ ਸਿੰਘੂ ਤੇ ਵੇਖ ਲਓ ਕੀ ਕੁਛ ਨਹੀਂ ਹੁੰਦਾ। ਪਤਾ ਸੀ ਨਾ ਸਾਰਾ ਕੁਝ ਹੋਣਾ ਹੈ, ਸਭ ਨੂੰ ਪਤਾ ਸੀ, ਹੋ ਵੀ ਗਿਆ। ਇਸ ਤੋਂ ਉੱਪਰ ਕੀ ਹੈ? ਇਹਨੂੰ ਫਿਰਕਾ ਪ੍ਰਸਤ ਰਾਜਨੀਤੀ ਕਹਿੰਦੇ। ਧਰਮਾਂ ਦੀ ਜ਼ਹਿਰ ਉਹ ਅੱਜ ਸੱਪਾਂ ਤੋਂ ਵੱਧ ਜ਼ਹਿਰੀਲੇ ਸ਼ਾਸਕ ਹੋਏ ਪਏ ਆ। ਉਹਨਾਂ ਸਮਿਆਂ ਵਿੱਚ ਰਾਏ ਬੁਲਾਰ ਸਾਹਿਬ ਹੱਥ ਜੋੜ ਕੇ ਆਖਣ ਲੱਗੇ, ਕਹਿੰਦੇ ਮੇਰੀ ਬਦਕਿਸਮਤੀ ਹੈ ਮੈਂ ਮੁਸਲਮਾਨ ਹਾਂ, ਜੇ ਮੈਂ ਹਿੰਦੂ ਹੁੰਦਾ ਨਾ ਕਦੇ ਨਾਨਕ ਨੂੰ ਤੇਰੇ ਘਰ ਇੱਕ ਫਲ ਰਹਿਣ ਨਾ ਦਿੰਦਾ। ਤੂੰ ਕੀ ਕਦਰ ਜਾਣਦਾ ਏ? ਅਸਮੰਜਸ ਹੈ ਨਿਜ ਸਦਮਾ, ਰਾਖੋ ਜੀ ਮੁਕੰਦ ਪਦ ਪਦਮਾ। ਤੇ ਫਿਰ ਰਾਏ ਬੁਲਾਰ ਸਾਹਿਬ ਗੁੱਸੇ ਤੋਂ ਬਾਅਦ ਨਾ ਹਲਕੇ ਜਿਹੇ ਰੋਏ, ਮਨ ਭਰਿਆ, ਹੱਥ ਜੋੜ ਕੇ ਕਹਿੰਦੇ ਉਹ ਪਟਵਾਰੀਆ ਹੱਥ ਜੋੜਨਾ ਤੇਰੇ ਅੱਗੇ, ਪਛਾਣ ਲੈ ਰੱਬ ਨੂੰ, ਕਰ ਲੈ ਕਦਰ, ਕਿਉਂ ਤੂੰ ਰੋਲਦਾ ਏ? ਧਨ ਤ੍ਰਿਸ਼ਨਾ ਕਲੂਰ ਤੀਰੇ, ਇਨਕੋ ਖਰਚ ਲਿਹੋ ਘਰ ਮੇਰੇ। ਤੇ ਫਿਰ ਸਪਸ਼ਟ ਗੱਲ ਕਹਿ ਦਿੱਤੀ, ਕਹਿੰਦੇ ਗੁੱਸਾ ਤੈਨੂੰ ਇੱਕ ਵਾਰ ਲੱਗੇ ਤੇ ਲੱਗੇ 1000 ਵਾਰ। ਕਾਲੂ ਤੇਰੇ ਚਿੱਤ ਦੇ ਵਿੱਚ ਨਾ ਧਨ ਦੀ ਤ੍ਰਿਸ਼ਨਾ ਲੱਗੀ ਹੋਈ ਹੈ, ਤੂੰ ਹਰ ਵੇਲੇ ਵੇਖਦਾ ਮੈਨੂੰ ਕਿੱਥੋਂ 4 ਪੈਸੇ ਮਿਲ ਜਾਣ, ਕਿੱਥੋਂ ਮੈਨੂੰ ਮਾਇਆ ਮਿਲ ਜੇ। ਜੇ ਤੂੰ ਆਪਣੇ ਪੁੱਤ ਨੂੰ ਖਰਚਾ ਨਹੀਂ ਦੇ ਸਕਦਾ, ਅੱਜ ਤੋਂ ਬਾਅਦ ਨਾਨਕ ਜੀ ਦੀ ਸਾਰੀ ਜ਼ਿੰਦਗੀ ਦਾ ਖਰਚਾ ਮੇਰੇ ਖਜ਼ਾਨੇ ਚੋਂ ਜਾਏਗਾ। ਸਤਿਨਾਮ। ਨਹੀਂ ਚਾਹੀਦੀ ਤੇਰੀ ਮਾਇਆ, ਮੁਬਾਰਕ ਤੈਨੂੰ ਤੇਰਾ ਪੈਸਾ, ਕਮਾ ਲੈ। ਜੇ ਪਰਲੋਕ ਵਿੱਚ ਤੇਰੇ ਨਾਲ ਜਾਂਦਾ ਤੇ ਲੈ ਜਾ। ਜਿਸ ਪੈਸੇ ਕਰਕੇ ਤੂੰ ਆਪਣੇ ਪੁੱਤ ਦੀ ਕਦਰ ਨਹੀਂ ਜਾਣੀ, ਤੂੰ ਰਿਸ਼ਤਿਆਂ ਦੀ ਕਦਰ ਨਹੀਂ ਜਾਣਦਾ, ਚੇਤਾ ਰੱਖੀ ਇੱਕ ਦਿਨ ਰਿਸ਼ਤੇ ਤੇਰੇ ਕੋਲ ਨਹੀਂ ਹੋਣਗੇ, ਪੈਸਾ ਤੇਰੇ ਕੋਲ ਹੋਏਗਾ ਤੇ ਰੋਏਗਾ ਗੱਲਾਂ। ਰਾਏ ਬੁਲਾਰ ਸਾਹਿਬ ਨੇ ਟੁੱਟ ਕੇ ਗੁੱਸੇ 'ਚ ਬਚਨ ਬੋਲੇ ਆ, ਕਹਿੰਦੇ ਮਾਇਆ ਸੰਭਾਲ, ਤੈਨੂੰ ਮੁਬਾਰਕ। ਇਸ ਮਾਇਆ ਪਿੱਛੇ ਦੁਨੀਆ ਨੇ ਕਿੰਨੇ ਰਿਸ਼ਤੇ, ਕਿੰਨੇ ਨਾਤੇ ਖਤਮ ਕੀਤੇ। ਵੱਡੇ ਵੱਡੇ ਰਾਜੇ ਮਹਾਰਾਜੇ
दौलतां बेतहाशा कोले पईयां हुंदियां, जदों मरण वाले हुंदे अपने प्यारे जिन्हां नाल प्रेम कदे बड़ा सी वो भी मरण वेले नेड़े नहीं आउंदे, कहंदे लै जा नाल। जिस चीज पिछे तू रिश्ते खराब कीते हुण तेरे काम आउंदी ते रख लै। जदों राय बुलार साहब ने स्पष्ट कहता ना अज तो बाद खर्चा मैं देंगा, भावें लख लगे 20 लख लगे 10,000 लगे, तू नानक जी नूं पंजी नहीं देनी कोई। रो पए। नौकर कोले आए, दिलासा दिंदे आ नवाब साहब रो ना, पर गुरु साहब के पिता नूं कोई फर्क नहीं। उन्होंने ये लगता है भी मेरे पुत करके अज मैनू शर्मिंदगी महसूस करनी पई। आखो सतनाम। हजे भी उत्थे खड़े आ, ये नहीं जानते भी मैं गुस्से विच आके पुत दे चपेड़ा मारियां, मैं भी किते ना किते उपद्रव कीता है, आपे तो बाहर होया, नहीं सी करना चाहिए। वो कहते ना ये मेरे पुत ने मैनू किथे पहुंचाता कोर्ट कचहरी। ये की है? जद मन में लोभ हुंदा ना सच्ची उदों अपने भी सूला वांग चुभदे ने। आखो सतनाम। बंदा कहंदे इहनूं भी पासे करो, इहनूं भी राजनीति चाहिए हुंदा ना, जिहड़ा बहुतियां बड़कां जिहां मारिया हुण होया नहीं। जिहड़ी साडी बुढ़ी लीडरशिप सी उन्हां नूं भी पता सी भी नौजवान पैरां दा अरोड़ा है, करवाते ना फिर अंदर हुण आजूगा ना सा। ये किते ना किते अंदर दा जहर हुंदा, सानूं भोले लोकां नूं की पता है। जद हंकार सिर चढ़ बोलदा ना बंदा कहता मैं ही लीडर बन जा, मेरी वो पार्टी बन जे ते दूजा ना कोई आगे लाहा लै जे। बस यही जोड़ कदे नहीं आया। अज तो 2 महीने पहला कहते सी ना जनरेशन गैप खत्म हो गया, मैं भी सुनाया सी भी नौजवान बजुर्गों की ताबिया च बैठे आ कि बजुर्ग किन्ना सामभदे आ। बजुर्गों को यह लगता है भी साडे वर्गा ही कोई नहीं, शायद सारा कुछ लोग साडे करके आए हुए आ। ये मूर्ख नहीं नौजवान जिहड़े घर-बार छड्ड के नौकरियां छड्ड के बैठे। इज्जत करनी सीखो, सत्कार करना सीखो, बस यही फर्क है। उदों भी सी, अज भी है, आने वाले समय विच भी रहेगा। वो कितना प्यारा घर हुंदा जिथे बच्चे ते बजुर्ग हੱਸਣ की आवाज़ आवे। गुरु नानक साहब सच्चे पातशाह के सन्मुख हाथ जोड़ के राय बुलार साहब आखन लगे, नानक जी मेरे घर मंगण ना आयो, मैं कोई नहीं तुहानूं देण वाला, ये तुहाडा घर है, जो चाहिदा हक नाल लेके जाओ। प्यार की कहता है? प्यार मंगता थोड़ी बनाउंदा है, प्यार ते दानी बनाउंदा है। राय बुलार साहब ये सोचते हैं, भावना देखो, जे नानक जी मेरे घर मंगण आउणगे ते किड्डी शर्मिंदगी वाली गल है। फिर तो पिता का घर ही ठीक है। वो कहते तू मालक है, सब कुछ तेरा है। नानक जी जो चाहिए इत्थों लिया करो, आ खजाने, आ तन, आ धन, ए शरीर, सब कुछ अज तो तुहानूं सौंपिया। आखो सतनाम। सब कुछ ते पिता टस तो मस नहीं होए। उन्हां नूं 20 रुपए का गम अजे भी सताउंदा है। अस कह दास पठात तकाला, गहरानी खोखर मदसाला। उसे वेले राजा राय बुलार ने हुक्म किया अपने दास नूं, कहंदे जाओ राणी साहिबा बेगम साहिबा नूं बुला के लैके आओ। राय बुलार दी राणी खोखर जात दी सी, जिमीदारां दा एक गोत है खोखर, वो राणी खोखर करके बुलाउंदे सी। बड़ी सत्कार वाली महान हस्ती सी। गुरु नानक साहब दे ते चरण चुमदी सी राय बुलार दी राणी। बेगम कहते ने सलाम करे। वो गुरु साहब नूं वेखण लई तरसदी हुंदी सी, किते आउंदे जांदे सतगुर दो शब्द बोल जा। जाणदी आ भी ये कौन ने? राय बुलार जी दे नालों किते ज्यादा शरधा सी बेगम खोखर दी, किते ज्यादा, क्योंकि रब ने 60% शरधा ते निमरता औरतां नूं बख्शी है, साडे कोल ते 40% ही है। कदे वेख लियो बीबियां 4-4 घंटे पाठ करनगियां ते साडे वाला लाना 40 मिनट भी नहीं रहिंदा। ये सुखमनी साहब का पाठ इदां करनगियां, रब तो बदले लैणगियां भी मैं नहीं अज उठ के जांदी, ते मातड़ भाई 2 अष्टपदियां पढ़ के इधर उधर देखदा भी चलिए यार आपी निबेड़ लैणगे। भावना का फर्क है ना। हाँ कई गुरसिखां दे भी कृपा होंदी, मर्दां दे भी है, पर ज्यादातर औरत का दिल नरम हुंदा है, ये पत्थर नहीं हुंदा, सॉफ्ट हुंदा है। बंदे कई बार पत्थर दिल होंदे आ, पर औरत तरस बहुत छेती करदी, जुड़दी भी बहुत छेती है, ते कृपा भी छेती इन्हां दी हुंदी है। आखो सतनाम। बहुत छेती कृपा हुंदी है भैणां ते गुरु दी। क्यों? शरधा बहुत रखदियां ने, भावना बड़ी रखदियां ने।
ਤੇ ਮੇਰੇ ਵਰਗਾ ਭਾਵੇਂ ਕਥਾ ਵੀ ਕਰਦਾ ਹੋਵੇ ਕਿਤੇ ਨਾ ਕਿਤੇ ਲੈ ਐਦਾਂ ਕਿਵੇਂ ਹੋ ਜੂਗਾ ਯਾਰ, ਉਹ ਕੱਟੜਵਾਦ ਜਾਣਾ ਮਰਦਾ ਵਾਲਾ, ਉਹ ਨਹੀਂ ਜਾਂਦਾ ਅੰਦਰੋਂ। ਜੇ ਇਹ ਚਲਿਆ ਜਾਵੇ ਫਿਰ ਤੇ ਗੱਲ ਹੀ ਖਤਮ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦ ਬੈਠੇ ਨੇ ਬੇਗਮ ਖੋਖਰ ਨੂੰ ਬੁਲਾਇਆ ਗਿਆ, ਚੱਲ ਕੇ ਨਵਾਬ ਸਾਹਿਬ ਦੇ ਸਨਮੁਖ ਆਈ ਹੈ। 20 ਰਜਤ ਪਨ ਆਨ ਸੋ ਦੀਨੇ, ਲੀਨ ਨਿਰਪਤ ਨਿਜ ਪਾਣ ਪਰ ਬੀਨੇ। ਕਹਿੰਦੇ ਹੁਕਮ ਹੋਇਆ, ਬੇਗਮ ਸਨਮੁਖ ਆਈ, ਚਰਨ ਵੰਦਨਾ ਕੀਤੀ। ਰਾਏ ਬੁਲਾਰ ਸਾਹਿਬ ਦੀਆਂ ਅੱਖਾਂ ਭਰੀਆਂ ਸੀ ਤੇ ਬੇਗਮ ਦੀਆਂ ਵੀ ਭਰ ਗਈਆਂ। ਦੋਨੋਂ ਹੱਥ ਜੋੜ ਕੇ ਆਖਣ ਲੱਗੀ, ਹੁਕਮ ਕਰੋ। ਖਾਨ ਸਾਹਿਬ ਆਖਣ ਲੱਗੇ 20 ਰੁਪਏ ਲੈ ਕੇ ਆਓ। ਬੇਗਮ ਉਸੇ ਵੇਲੇ ਗਈ, ਖਜ਼ਾਨੇ ਦੇ ਵਿੱਚੋਂ 20 ਰੁਪਏ ਕੱਢੇ ਨੇ, ਲਿਆ ਕੇ ਨਵਾਬ ਸਾਹਿਬ ਦੇ ਸਨਮੁਖ ਰੱਖ ਦਿੱਤੇ। ਹੱਥ ਜੋੜੇ, ਤੁਸੀਂ ਪ੍ਰਵਾਨ ਕਰੋ। ਜਬੈ ਦੀਨ ਲਾਗਿਓ ਕਰ ਕਰਲੂ, ਹੈਵ ਕੈ ਬੋਲਿਓ ਲਗਤ ਬਿਸਲੂ। 20 ਰੁਪਏ ਨੌਕਰ ਨੇ ਚੁੱਕੇ। ਬੁਲਾਰ ਸਾਹਿਬ ਕਹਿੰਦੇ ਕਲਿਆਣ ਚੰਦ ਨੂੰ ਫੜਾ ਦਿਓ, ਮਿਟ ਜੇ ਭੁੱਖੇ ਦੀ। ਕਹਿੰਦੇ ਜਦ 20 ਫੜਾਉਣ ਲੱਗੇ ਨਾ, ਪਿਤਾ ਜੀ ਨੇ ਹੱਥ ਜੋੜੇ, ਕਹਿੰਦੇ ਨਹੀਂ ਚਾਹੀਦੇ, ਮੈਂ ਨਹੀਂ ਲੈਣੇ। ਨਵਾਬ ਸਾਹਿਬ ਕਹਿੰਦੇ ਸਿਆਪੇ ਦੀ ਜਾੜੇ 20 ਨੇ, ਆਖੋ ਸਤਨਾਮ। ਫੇਰ ਘਰ ਜਾ ਕੇ ਆਖੇਗਾ ਪੁੱਤ ਤੂੰ 20 ਦਾ ਨੁਕਸਾਨ ਕਰਾਇਆ, ਨਵਾਬ ਕੋਲ ਜਾ ਗਿਆ ਸੀ। ਹੱਥ ਜੋੜ ਕੇ ਕਹਿੰਦੇ ਕਲਿਆਣ ਚੰਦ ਜੀ ਤੁਛ ਭੇਟ ਹੈ, ਇਹ ਪ੍ਰਵਾਨ ਕਰ ਲੋ। ਨਹੀਂ ਬਿਸੂਰਤ ਮੈਂ ਇਹ ਦਰਬਾਰ, ਕਰਤ ਸਦਾ ਕੋ ਕਾਰਜ ਸਰਬਾ। ਤੇ ਫੇਰ ਸਤਿਗੁਰਾਂ ਦੇ ਪਿਤਾ ਨੇ ਹੱਥ ਜੋੜੇ, ਸ਼ਰਮਿੰਦਗੀ ਮਹਿਸੂਸ ਕੀਤੀ। ਉਹ ਕਹਿੰਦੇ ਨਹੀਂ ਨਹੀਂ, ਤੇਰੇ ਦਿਲ ਵਿੱਚ ਇਹ ਝੋਰਾ ਹੀ ਨਾ ਰਹਿ ਜੇ ਵੀ ਮੇਰੇ 20 ਦਾ ਘਾਟਾ ਪੈ ਗਿਆ, ਮੇਰੇ ਪੁੱਤ ਨੇ ਆਹ ਕਰਤਾ। ਉਲਾਂਭਾ ਨਹੀਂ ਚਾਹੀਦਾ, ਉਲਾਂਭੇ ਨਾਲੋਂ 20 ਦੇ 40 ਲੈ ਲਾ, ਪਰ ਕੱਲ ਨੂੰ ਜਾ ਕੇ ਘਰ ਨਾ ਆਖੀ ਪੁੱਤਰਾ ਤੂੰ ਵਪਾਰ ਕਰਨ ਗਿਆ ਸੀ ਆਹ ਕਰਦਾ। ਸੱਚੀ ਦੁਨੀਆ 'ਚ ਹੈ ਸਹੀ ਹੈ। ਤੁਹਾਡੇ ਮਿੱਤਰ ਪਿਆਰੇ ਰਿਸ਼ਤੇਦਾਰ, ਇੱਥੋਂ ਤੱਕ ਮਾਪੇ ਵੀ ਈਵਨ ਕਿ ਉਹ ਵੀ ਇਦਾਂ ਹੀ ਕਰਦੇ ਆ। 4 ਪੈਸੇ ਦੇ ਦੇਣਗੇ, ਫਿਰ ਸੁਣਾਉਂਦੇ ਫਿਰੀ ਜਾਣਗੇ ਤੇਰੇ ਲਈ ਆਹ ਕੀਤਾ, ਤੇਰੇ ਲਈ ਉਹ ਕੀਤਾ। ਮਿੱਤਰ ਦੋਸਤ ਵੀ ਗਾਉਂਦੇ ਫਿਰਨਗੇ ਤੇ ਫਿਰ ਸੰਸਾਰੀ ਬੰਦਾ ਗੁੱਸੇ ਵਿੱਚ ਆ ਕੇ ਕਹਿੰਦਾ ਤੈਨੂੰ ਕਿਹਾ ਕਿਹਨੇ ਸੀ ਕਰ ਵੇਖਾ, ਕਿਹਨੇ ਕਿਹਾ ਸੀ? ਜੇ 4 ਪੈਸੇ ਦੇ ਕੇ ਸੁਣਾਉਣਾ ਹੀ ਸੀ ਇਹਦੇ ਨਾਲੋਂ ਤੇ ਨਾ ਹੀ ਦਿੰਦਾ, ਆਖੋ ਸਤਿਨਾਮ, ਨਾ ਹੀ ਦੇਣਾ ਸੀ। ਰਾਏ ਬੁਲਾਰ ਸਾਹਿਬ ਕਹਿੰਦੇ ਮੈਂ ਜੜ ਖਤਮ ਕਰਨੀ ਚਾਹੁੰਦਾ ਇਹ ਫਸਾਦ ਦੀ। ਇਹ 20 ਰੁਪਏ ਨੇ, ਮੇਰੇ ਪਿਆਰੇ ਸੱਜਣ ਦੇ ਮੁਖ ਦਾ ਹਾਲ ਕੀ ਕਰਦਾ, ਮੈਥੋਂ ਸਹਿਆ ਜਾਂਦਾ ਨਹੀਂ। ਮੁਝ ਪਾਛੇ ਨਿਜ ਘਰ ਬਿਵਹਾਰਾ, ਕਿਉਂ ਨਿਰਬਾਹਰ ਕਰੋ ਵਿਚਾਰ। ਪਿਤਾ ਜੀ ਨੇ ਪੈਸੇ ਲੈਣੇ ਪ੍ਰਵਾਨ ਨਹੀਂ ਕੀਤੇ। ਅੱਗੋਂ ਆਖਣ ਲੱਗੇ, ਕਹਿੰਦੇ ਨਵਾਬ ਸਾਹਿਬ ਤੁਸੀਂ ਮੇਰੇ ਪੁੱਤ ਨੂੰ ਵਿਗਾੜ ਰਹੇ ਹੋ, ਆਖੋ ਸਤਿਨਾਮ। ਕੋਈ ਆਪਣੀ ਸੋਚ ਆ, ਤੁਸੀਂ ਮੇਰੇ ਪੁੱਤ ਨੂੰ ਵਿਗਾੜ ਰਹੇ ਹੋ। ਇਹਨੂੰ ਅਕਲ ਨਾ ਦਿਓ ਕਮਾਉਣ ਦੀ, ਇਹਨੂੰ ਨਾ ਸਮਝਾਇਓ ਇਹ 4 ਪੈਸੇ ਕਮਾਵੇ ਜ਼ਿੰਦਗੀ ਦੇ ਵਿੱਚ ਕੰਮ ਕਿਵੇਂ ਆਉਣਗੇ। ਉਲਟਾ ਤੁਸੀਂ ਇਹ ਕਹਿ ਰਹੇ ਹੋ ਵੀ ਜੇ 20 ਪਿਓ ਦੇ ਚਲੇ ਗਏ ਸਾਥੋਂ ਲੈ ਜਾ, ਕੱਲ ਨੂੰ ਇਹ 50,000 ਦਾ ਨੁਕਸਾਨ ਕਰਕੇ ਆਊ, ਉਹ ਵੀ ਭਰ ਦਿਓ, ਉਹ ਵੀ ਦੇ ਦਿਓ। ਪਿਤਾ ਨੂੰ ਤੇ ਬਹਾਨਾ ਮਿਲ ਗਿਆ ਜੀ। ਉਹ ਕਹਿੰਦੇ ਮੇਰਾ ਪੁੱਤ ਪਹਿਲਾਂ ਵਿਗੜਿਆ ਸੀ, ਕੁਛ ਕੁ ਤੁਸੀਂ ਵਿਗਾੜਿਆ, ਆਖੋ ਸਤਿਨਾਮ। ਗੁੱਸਾ ਹੀ ਆ ਗਿਆ, ਮੈਨੂੰ 20 ਦੀ ਨਹੀਂ ਲੋੜ ਹੈ, ਮੈਂ ਤੇ ਚਾਹੁੰਦਾ ਅੱਜ 20 ਦਾ ਨੁਕਸਾਨ ਕੀਤਾ, ਕੱਲ ਨੂੰ 20,000 ਦਾ ਕਰੇਗਾ। ਇਹ ਕਿਉਂ ਸਮਝਾਉਂਦੇ ਨਹੀਂ? ਤੁਮ ਜੋ ਦੀਨ ਦਰਬ ਅਬ ਲਾਗੇ, ਸਰਬ ਸੁਖ ਦੀਨੇ ਕਿਨੇ ਆਗੇ। ਖਾਨ ਸਾਹਿਬ 20 ਰੁਪਏ ਨਾ ਦੋ, ਇਹਨੂੰ ਮੱਤ ਦਿਓ ਕਿਵੇਂ ਕਮਾਈਦੀ ਆ। ਇਹ ਗੱਲਾਂ ਤੇ ਖਾਨ ਸਾਹਿਬ ਪਹਿਲਾਂ ਕਹਿ ਕੇ ਹਟੇ ਆ ਵੀ ਤੇਰੇ ਅੰਦਰ ਲੋਭ ਹੀ ਬੜਾ ਹੈ, ਤੇਰੇ ਅੰਦਰ ਸ਼ਰਧਾ ਹੀ ਨਹੀਂ ਹੈ। ਜਦੋਂ ਥੋੜੀ ਦੇਰ ਬਾਅਦ ਪਿਤਾ ਨੇ ਸੋਚਿਆ ਵੀ ਆਪਾਂ ਇਹ ਗਲਤ ਕਹਿਤਾ। ਹੱਥ ਜੋੜ ਕੇ ਪਤਾ ਕੀ ਕਹਿੰਦੇ, ਨਵਾਬ ਸਾਹਿਬ ਵੇਖੋ ਆ ਜੋ ਕੁਝ ਮੇਰੇ ਕੋਲੇ ਆ ਸਭ ਤੁਹਾਡੀ ਉਹਦੀ ਕਿਰਪਾ ਹੈ। ਤੁਸੀਂ ਮੈਨੂੰ ਪਟਵਾਰੀ ਲਾਇਆ, ਚੰਗੀ ਜ਼ਮੀਨ ਹੈ, ਚੰਗੀ ਨੌਕਰੀ ਆ, ਘਰ ਦੇ ਵਿੱਚ ਸਾਰੇ ਸੁੱਖ ਨੇ,
ਸਭ ਤੁਹਾਡੀਆਂ ਬਰਕਤਾਂ ਨੇ। ਤਵ ਪ੍ਰਤਾਪ ਸਭ ਕੁਛ ਮੁਝ ਸਦਨਾ, ਤਵ ਪ੍ਰਸਾਦ ਕਰਦਾਰਦ ਰਦਨਾ। ਤੁਹਾਡੀ ਕਿਰਪਾ ਦੇ ਨਾਲ ਘਰ ਦੇ ਵਿੱਚ ਕੋਈ ਦਲਿੱਦਰ ਵੀ ਨਹੀਂ, ਗਰੀਬੀ ਵੀ ਨਹੀਂ, ਦੁੱਖ ਵੀ ਨਹੀਂ, ਸਭ ਕੁਝ ਤੁਸੀਂ ਬਖਸ਼ਿਆ ਹੋਇਆ। ਇੰਨਾ ਮਾਣ ਸਤਿਕਾਰ ਤੁਸੀਂ ਦਿੱਤਾ ਹੈ ਤੇ ਮੈਂ ਇਹ ਪੈਸੇ ਪ੍ਰਵਾਨ ਨਹੀਂ ਕਰ ਸਕਦਾ। ਕਰਾਂ ਤੇ ਤਾਂ ਜੇ ਮੈਂ ਗਰੀਬ ਹੋਵਾਂ, ਮੇਰੇ ਕੋਲ ਕਮੀ ਹੋਵੇ। ਪਰ ਰਾਏ ਬੁਲਾਰ ਸਾਹਿਬ ਆਖਣ ਲੱਗੇ ਦਿਲ ਤੇ ਤੇਰਾ ਗਰੀਬਾਂ ਤੋਂ ਵੀ ਮਾੜਾ। ਆਖੋ ਸਤਿਨਾਮ। ਕੀ ਕਰਨੀ ਅਮੀਰੀ ਤੇਰੀ, ਕੀ ਫਾਇਦਾ ਉਸ ਅਮੀਰੀ ਦਾ, ਕੀ ਫਾਇਦਾ ਉਸ ਪੈਸੇ ਦਾ ਜੇ ਦੂਜਿਆਂ ਦੀਆਂ ਜੇਬਾਂ ਤੇ ਅੱਖ ਹੋਵੇ। ਹੈ ਕੋਈ ਫਾਇਦਾ? ਅਮੀਰੀ ਕਾਹਦੇ ਲਈ? ਇਸੇ ਲਈ ਹੈ ਜਮਾਨੇ 'ਚ ਤੇਰਾ ਸਤਿਕਾਰ ਹੋਵੇ। ਜੇ ਚਾਰ ਬੰਦੇ ਬੈਠੇ ਆ ਕੋਲੋਂ ਖਵਾ ਦੇ, ਕੋਲੋਂ ਬੁਲਾ ਦੇ, ਸਿੱਧਾ ਕਰਦੇ ਜਾਂਦੇ ਆ, ਕਹਿੰਦੇ ਬੰਦੇ ਦਾ ਦਿਲ ਕੱਢਿਆ ਹੈ। ਮਾਇਆ ਕਾਹਦੇ ਵਾਸਤੇ? ਗੁਜ਼ਰਾਨ ਹੀ ਹੈ। ਪਰ ਉਹਨਾਂ ਕਹਿਤਾ ਕੀ ਕਰਨਾ ਤੇਰਾ ਪਟਵਾਰ ਪੁਣਾ, ਕੀ ਕਰਨੀ ਤੇਰੀ ਮਾਇਆ ਤੇ ਕੀ ਕਰਨੀ ਤੇਰੇ ਘਰ ਦੀ ਅਮੀਰੀ ਜੇ 20 ਪਿੱਛੇ ਤੇਰੇ ਪੁੱਤ ਦੇ ਵੀ ਚਪੇੜਾ ਵੱਜ ਗਈਆਂ। ਆਖੋ ਸਤਿਨਾਮ। ਮੈਨੂੰ ਨਹੀਂ ਪਾਉਂਦੀ। ਰਾਏ ਬੁਲਾਰ ਸਾਹਿਬ ਬੋਲੇ ਤੂੰ ਰੱਖ ਆਪਣੇ ਕੋਲੇ, ਵੇਖੀ ਕਿਤੇ ਤੈਨੂੰ ਮਾਇਆ ਦਾ ਹੋਕਾ ਨਾ ਲੱਗ ਜੇ। ਕਲਿਆਣ ਚੰਦ 20 ਪ੍ਰਵਾਨ ਕਰ ਲੈ। ਹੁਣ 20 ਰੁਪਏ ਅੱਜ ਵਾਲੇ ਤਾਂ ਹੈ ਨਹੀਂ ਜੀ, ਇਹ ਵੀ ਯਾਦ ਰੱਖਿਓ। ਉਦੋਂ ਦੇ 20 ਰੁਪਏ, ਉਦੋਂ ਵੀ ਜਿਹਦੇ ਘਰ ਨਿਕਲਦੇ ਸੀ ਨਾ 20 ਰੁਪਏ, ਜਿਹਦੇ ਕੋਲ 5 ਰੁਪਏ ਜਾਂ 1 ਰੁਪਇਆ ਹੁੰਦਾ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਵੇਲੇ ਮੂਲ ਚੰਦ ਨੂੰ ਮਿਲੇ ਆ ਨਾ, ਲਾਹੌਰ ਦੀ ਧਰਤੀ ਤੇ ਗਏ ਆ, ਕਹਿੰਦੇ ਜਿਹਦੇ ਘਰ 1 ਰੁਪਇਆ ਹੁੰਦਾ ਸੀ ਉਹ ਘਰੇ ਝੰਡਾ ਲਾ ਕੇ ਰੱਖਦਾ ਸੀ। 1 ਰੁਪਇਆ ਮਤਲਬ ਅਮੀਰ ਬੰਦਾ ਹੈ। ਤੇ ਮੇਰੇ ਬਾਬੇ ਨਾਨਕ ਨੇ ਤੇ 20 ਰੁਪਏ ਦਾ ਲੰਗਰ ਲਾਤਾ। ਇੱਕ ਵਾਲਾ ਅਮੀਰ ਆ ਨਾ, 20 ਘਰਾਂ ਦਾ ਲੰਗਰ ਲਾਤਾ ਨਾ, ਫਿਰ ਕਲਿਆਣ ਕਿੰਨਾ ਪੈਸਾ ਸੀ। ਤੇ ਹੁਣ ਇਹ ਸੋਚੋ ਅੱਜ ਦਾ ਕਰੋੜਪਤੀ ਤੇ ਗੁਰੂ ਸਾਹਿਬ ਦੇ ਪਿਤਾ ਇੰਨੇ ਅਮੀਰ ਸੀ ਜਿਨ੍ਹਾਂ ਆਪਣੇ ਪੁੱਤ ਨੂੰ 20 ਰੁਪਏ ਇਨਵੈਸਟਮੈਂਟ ਵਾਸਤੇ ਦਿੱਤੇ ਆ। ਉਹਨਾਂ ਸਮਿਆਂ 'ਚ ਹਜ਼ਾਰਾਂ ਹੀ ਹੋਣਗੇ, ਉਹਨਾਂ ਕੋਲ ਕਿੱਡੇ ਵੱਡੇ ਹੋਣਗੇ। ਜਿਵੇਂ ਅੱਜ ਦੇ ਸਮੇਂ ਕੋਈ ਆਖੇ ਆਪਣੇ ਬੱਚੇ ਨੂੰ 20 ਲੱਖ ਰੁਪਇਆ ਦੇ ਕੇ ਜਾ ਪੁੱਤ ਕੰਮਕਾਰ ਖੋਲ ਲੈ, ਇਹਦਾ ਮਤਲਬ ਬੰਦੇ ਕੋਲ ਪੈਸੇ ਜ਼ਿਆਦੇ ਨੇ। ਉਹਨੇ ਇਹ ਸੋਚ ਕੇ ਦਿੱਤੇ ਆ ਵੀ ਜੇ 20 ਚ ਕਮਾ ਲਿਆ ਤਾਂ ਵੀ ਚੰਗੀ ਗੱਲ ਹੈ, ਵੈਲ ਡਨ। ਜੇ ਨਹੀਂ ਕਮਾਇਆ ਤਾਂ ਵੀ ਕੋਈ ਨਹੀਂ, ਰਿਸਕੇ ਸਹੀ, ਅਜਮਾ ਕੇ ਵੇਖ ਲੈਂਦੇ ਆ ਕੀ ਆ 20 ਲੱਖ ਰੁਪਇਆ, ਕੁਛ ਵੀ ਨਹੀਂ। ਤੇ ਜਿਹਦੇ ਕੋਲ 20 ਕਰੋੜ ਹੈ, ਜੇ ਉਹ 20 ਲੱਖ ਕੱਢ ਦੂ ਤੇ ਕੀ ਫਰਕ ਹੈ? ਕਹਿੰਦੇ ਪਿਤਾ ਦੇ ਕੋਲ ਪੈਸਾ ਬਹੁਤ ਜ਼ਿਆਦਾ ਸੀ। ਮੈਂ ਉਸ ਵੇਲੇ ਦਾ ਜ਼ਿਕਰ ਕਰਦਾ ਜਿਹਦੇ ਘਰ 1 ਰੁਪਇਆ ਹੁੰਦਾ ਸੀ ਲੋਕ ਅਮੀਰ ਮੰਨਦੇ ਸੀ ਉਸ ਬੰਦੇ ਨੂੰ। ਉਹਦੇ ਘਰ ਰੱਥ ਤੇ ਗੱਡੇ ਹੁੰਦੇ ਸੀ 1 ਰੁਪਏ ਵਾਲੇ ਦੇ। ਅੱਜ ਵਾਲਾ ਰੁਪਈਆ ਨਹੀਂ। ਅੱਜ ਤੇ ਤੁਸੀਂ 1 ਕਰੋੜ ਵੀ ਰੱਖ ਲਓ ਤੇ ਲੋਕੀ ਤੁਹਾਨੂੰ ਨੰਗ ਭੋਗੀ ਸਮਝਦੇ ਆ। ਕਰੋੜ ਵਾਲਾ ਕੀ ਹੈ? 2-2 ਕਰੋੜ ਦੀਆਂ ਤੇ ਕੋਠੀਆਂ ਨੇ, ਉਹ ਤੋਂ ਡਬਲ ਲੋਕਾਂ ਦੇ ਲੋਕ ਚੜੇ ਹੋਏ ਹੈ। ਕੀ ਹੈ? ਕੁਛ ਵੀ ਨਹੀਂ। ਉਦੋਂ ਪੈਸੇ ਦੀ ਕਦਰ ਸੀ। 20 ਰੁਪਏ ਜਦੋਂ ਲਿਆ ਕੇ ਸਾਹਮਣੇ ਰੱਖੇ ਨਾ, ਸਤਿਗੁਰਾਂ ਦੇ ਪਿਤਾ ਆਪਣੇ ਆਪ ਨੂੰ ਸ਼ਰਮਿੰਦਗੀ 'ਚ ਮਹਿਸੂਸ ਕਰਦੇ ਆ ਵੀ ਖਾਨ ਸਾਹਿਬ ਜਿਨ੍ਹਾਂ ਕੋਲ ਨੌਕਰੀ ਕੀਤੀ, ਇੰਨਾ ਪੈਸਾ ਮੇਰੇ ਘਰ ਦੇ ਵਿੱਚ, ਅੱਜ ਗੱਲ ਇੱਥੇ ਪਹੁੰਚ ਗਈ ਮੈਨੂੰ ਵੀ ਲੈਣੇ ਨਹੀਂ ਚਾਹੀਦੇ। ਉਹ ਕਹਿੰਦੇ ਅਸੀਂ ਤੈਨੂੰ 20 ਦੇ ਕੇ ਹੀ ਤੋੜਨਾ ਹੈ। ਰਾਏ ਬੁਲਾਰ ਸਾਹਿਬ ਕਿੰਨਾ ਪਿਆਰ ਹੋਏਗਾ ਜੀ। ਜਿੱਥੇ ਪ੍ਰੇਮ ਹੈ ਉੱਥੇ ਲੈਣ ਦੇਣ ਤੇ ਵਪਾਰ ਨਹੀਂ ਹੁੰਦਾ। ਆਖੋ ਸਤਿਨਾਮ। ਗਿਣਤੀਆਂ ਮਿਣਤੀਆਂ ਨਹੀਂ ਹੁੰਦੀਆਂ ਉੱਥੇ। ਗੁਰੂ ਨਾਨਕ ਸਾਹਿਬ ਮਹਾਰਾਜ ਵੇਖ ਰਹੇ ਆ ਖਾਨ ਸਾਹਿਬ, ਨਜ਼ਰਾਂ ਵੱਟੀਆਂ ਨੇ। ਭਾਈ ਬਾਲਾ ਜੀ ਕਹਿੰਦੇ ਮੈਂ ਸਤਿਗੁਰਾਂ ਦੇ ਕੋਲੇ ਪਲੰਘੇ ਤੇ ਆ ਕੇ ਬਹਿ ਗਿਆ, ਪਰ ਗੁਰੂ ਸਾਹਿਬ ਦੇ ਨੇਤਰਾਂ 'ਚ ਅਜੇ ਵੀ ਅਥਰੂ ਸੀ। ਪਿਤਾ ਦੀ ਤਸ ਤੋਂ ਮਸ ਨਹੀਂ ਹੁੰਦੇ। ਕਹਿਓ ਰਾਈ ਅਬ ਤੋ ਇਹ ਲੀਜੇ, ਬਹੁ ਜਾਂ ਬਿਦ ਕਾਰਜ ਕੀਜੇ। ਫਿਰ ਪਿਤਾ ਸਤਿਗੁਰਾਂ ਦੇ ਨੂੰ ਰਾਏ ਬੁਲਾਰ ਸਾਹਿਬ ਨੇ ਆਖਰੀ ਫੈਸਲਾ ਸੁਣਾਇਆ ਹੈ। ਕਹਿੰਦੇ ਵੇਖੋ ਅੱਜ ਤੁਹਾਨੂੰ 20 ਰੁਪਏ ਪ੍ਰਵਾਨ ਕਰਨੇ ਪੈਣੇ ਆ, ਲੈ ਕੇ ਜਾਣੇ ਪੈਣੇ ਆ। ਹੁਣ ਲੈ ਜਾਓ, ਭਾਵੇਂ ਫੇਰ ਲੈ ਜਾਓ, ਅਸੀਂ ਦੇਣਦਾਰ ਆ ਤੁਹਾਡੇ, ਪਰ ਅੱਗੇ ਤੂੰ ਆਹ ਕੰਮ ਨਾ ਕਰੀ। ਆਖੋ ਸਤਿਨਾਮ। ਨਾਨਕ ਜੀ ਨੂੰ ਜਿਸ ਵਸਤੂ ਦੀ ਲੋੜ ਹੈ, ਕੱਪੜੇ, ਜੋੜੇ, ਪਦਾਰਥ, ਪੈਸੇ, ਜਿੰਨੇ ਮਰਜ਼ੀ ਭਾਵੇਂ ਰੋਜ਼ ਲੈ ਜਾਣ, ਮੈਂ ਆਪਣੇ ਖਜ਼ਾਨਿਆਂ ਦੀਆਂ ਚਾਬੀਆਂ ਦੇ ਦਿਆਂਗਾ, ਪਰ ਮੇਰਾ ਪਿਆਰਾ ਦੁਖੀ ਨਹੀਂ ਹੋਣਾ ਚਾਹੀਦਾ, ਕਵੀ ਨਹੀਂ ਹੋਣੀ ਚਾਹੀਦੀ। ਪਿਤਾ ਜੀ ਨੇ ਫਿਰ ਪਰਦਾ ਪਾਇਆ। ਸੁਭਾਵਿਕ ਗੱਲ ਹੈ, ਹਰ ਬੰਦਾ ਪਾਉਂਦਾ ਜੀ, ਹਰੇਕ ਬੰਦਾ ਹੀ ਪਾਉਂਦਾ ਹੈ ਕਿਸੇ ਨਾ ਕਿਸੇ ਤਰੀਕੇ ਨਾਲ। ਕਹਿੰਦੇ ਨਹੀਂ ਜੀ ਸਭ ਤੁਹਾਡੀ ਕਿਰਪਾ, ਮੈਂ ਤੇ ਪੈਸਿਆਂ ਨੂੰ ਕਦੇ ਮਨਾ ਨਹੀਂ ਕੀਤਾ, ਮੈਂ ਤੇ ਸਮਝਾਉਣ ਵਾਸਤੇ ਥੱਪੜ ਮਾਰੇ ਸੀ। ਆਖੋ ਸਤਿਨਾਮ। ਵੀ ਚੱਲ ਇਹਨੂੰ ਮਾੜੀ ਮੋਟੀ ਅਕਲ ਆ ਜੀ, ਅੱਜ ਤੇ 20 ਖਰਾਬ ਕੀਤੇ, ਗੱਲ ਹੋਰ ਨਾ ਕਰੇ। ਪਿਤਾ ਜੀ ਥੋੜੇ ਢਿੱਲੇ ਹੋ ਗਏ।
ਗੱਲ ਪਤਾ ਕਿੱਡੀ ਵੱਡੀ ਹੈ। ਜੇ ਅੱਜ ਉਹ 20 ਰੁਪਏ ਫੜ ਲੈਣਗੇ ਦੁਬਾਰਾ ਆ ਜਾਣਗੇ ਦਰਬਾਰ 'ਚ, ਸੋਚਣ ਵਾਲੀ ਗੱਲ ਹੈ। ਬੰਦਾ ਆਪਣੇ ਆਪ ਨੂੰ ਮਾਫ ਨਹੀਂ ਕਰ ਪਾਉਂਦਾ, ਪਰ ਇੱਥੇ ਰਾਏ ਸਾਹਿਬ ਸਪਸ਼ਟ ਆਖਦੇ, ਕਹਿੰਦੇ ਅੱਜ 20 ਰੁਪਏ ਲੈ ਜਾ, ਅਸੀਂ ਨਹੀਂ ਲੈਣੇ, ਮਾਫ ਕਰੀ, ਅੱਗੇ ਤੋਂ ਨਾਨਕ ਜੀ ਨੂੰ ਮਾੜਾ ਸ਼ਬਦ ਨਾ ਕਹੀ। ਛੋਟਾ ਭਰਾ ਬਣ ਕੇ ਕਹਿ ਰਹੇ ਤੇ ਭਾਵੇਂ ਵੱਡਾ ਸਮਝ ਲੈ। ਖਾਨ ਸਾਹਿਬ ਹੱਥ ਜੋੜ ਰਹੇ ਆ, ਕਲਿਆਣ ਚੰਦ ਜੀ ਵੇਖਿਓ ਮੁੜ ਕਦੇ ਕਹਿਰ ਢਾਇਓ ਨਾ। ਅਸਨ ਬਸਨ ਤੇ ਖਚ ਜੋ ਸਰਵਾ, ਮਮਟ ਗਤੋ ਗਿਣ ਕਰ ਲਿਓ ਦਰਵਾ। ਤੇ ਫੇਰ ਰਾਏ ਬੁਲਾਰ ਸਾਹਿਬ ਨੇ ਆਪਣੇ ਦਾਸਾਂ ਨੂੰ ਆਖਿਆ, ਕਹਿੰਦੇ ਪਟਵਾਰੀ ਸਾਹਿਬ ਦੀ ਥੋੜੀ ਤਨਖਾਹ ਵਧਾਓ, ਹੋਰ ਤਨਖਾਹ ਵੀ ਵਧਾਤੀ, ਨਾਲ ਇਹ ਵੀ ਕਹਿਤਾ, ਕਹਿੰਦੇ ਅੱਜ ਤੋਂ ਬਾਅਦ ਖਾਣ ਪੀਣ ਪਹਿਨਣ ਦਾ ਜਿੰਨਾ ਖਰਚਾ ਹੈ ਬੇਗਮ ਸਾਹਿਬਾ ਦੇ ਖਜ਼ਾਨੇ ਚੋਂ ਹੋਏਗਾ, ਤੁਹਾਡੇ ਤੋਂ ਨਹੀਂ ਚਾਹੀਦਾ। ਵੇਖਿਓ ਕਲਿਆਣ ਚੰਦ ਕਿਤੇ ਆਪਣੇ ਪੁੱਤ ਨੂੰ ਇੱਕ ਸੂਟ ਵੀ ਸਿਲਾ ਕੇ ਦੇ ਦਿਓ। ਧਿਆਨ ਰੱਖਿਓ, ਨਾਨਕ ਸਿਰਫ ਤੇਰਾ ਦੁਨਿਆਵੀ ਤੌਰ ਤੇ ਪੁੱਤਰ ਹੈ, ਰੂਹਾਨੀਅਤ ਤੌਰ ਤੇ ਮੇਰਾ ਰੱਬ ਹੈ, ਮੇਰਾ ਸੱਜਣ ਹੈ। ਸਭ ਕੁਝ ਖਰਚਾ ਸਾਡੇ ਘਰ ਤੋਂ ਹੋਏਗਾ। ਸੁਤ ਕੀ ਮਹਿਮਾ ਲਖ ਨ ਸਕਾਇਆ, ਦਰਬ ਲੋਭ ਹਿਰਦਾ ਬਿਰਮਾਇਆ। ਸਤਿਗੁਰਾਂ ਦੇ ਪਿਤਾ ਆਖਣ ਲੱਗੇ, ਖਾਨ ਸਾਹਿਬ ਤੁਸੀਂ ਇਹ ਕੀ ਕਹਿ ਦਿੱਤਾ? ਉਹ ਰੋ ਕੇ ਆਖਣ ਲੱਗੇ, ਕਹਿੰਦੇ ਜਦ ਤੂੰ ਅੱਜ ਨਹੀਂ ਸਮਝਿਆ, ਪਹਿਲਾਂ ਨਹੀਂ ਸਮਝਿਆ, ਕੱਲ ਨੂੰ ਵੀ ਕੀ ਸਮਝੇਗਾ? ਸਤਿਨਾਮ। ਪਟਵਾਰੀਆ ਤੇਰੇ ਅੰਦਰ ਲੋਭ ਬੜਾ ਹੈ, ਲੋਭੀ ਬੰਦਾ ਸ਼ਰਧਾਲੂ ਹੋ ਸਕਦਾ ਕਦੇ? ਅੱਜ ਸੁਣਾ ਲਓ, ਕੱਲ ਸੁਣਾ ਲਓ, 2 ਦਿਨ ਅਸਰ ਰਹੂਗਾ, ਮਾਇਆ ਆ ਗਈ ਫਿਰ ਹਲਕ ਜਾਣਗੇ। ਕਦੇ ਲਾਲਚੀ ਕੁੱਤਾ ਵੇਖਿਆ? ਉਹਦੀ ਬਿਰਤੀ ਕਿਉਂ ਜਿਹੀ ਹੁੰਦੀ ਹੈ? ਮਹਾਰਾਜ ਬਾਣੀ ਵਿੱਚ ਲਿਖਦੇ, ਕਹਿੰਦੇ ਲੋਭ ਐਸਾ ਹੈ, ਅੰਦਰ ਦਾ ਲੋਭ ਕੁੱਤੇ ਵਰਗਾ ਹੈ ਬੰਦੇ ਦਾ, ਕੋਈ ਵੀ ਹੋ ਸਕਦਾ ਹੈ, ਮੇਰੇ ਵਰਗਾ ਵੀ ਹੋ ਸਕਦਾ ਹੈ, ਕੋਈ ਹੋਰ ਵੀ ਹੋ ਸਕਦਾ ਹੈ। ਤੇ ਜਦ ਲੋਭ ਦਾ ਕੁੱਤਾ ਅੰਦਰੋਂ ਭੌਂਕਦਾ, ਇਹ ਵੱਢਦਾ ਪਹਿਲਾਂ ਆਪਣਿਆਂ ਨੂੰ ਹੈ, ਦੂਜੇ ਤੀਜੇ ਦਾ ਨੰਬਰ ਤੇ ਬਾਅਦ ਚੋਂ ਆਉਂਦਾ। ਉਹਦੀ ਪਤਾ ਲੱਗਦਾ ਨਾ ਫਲਾਣੇ ਦੀ ਭੂਆ ਇੰਨੇ ਪੈਸੇ ਲੈ ਕੇ ਭੱਜ ਗਈ, ਫਲਾਣੇ ਦੇ ਮਾਸੜ ਨੇ ਫਲਾਣੇ ਦੀ ਜ਼ਮੀਨ ਤੇ ਕਬਜ਼ਾ ਕਰ ਲਿਆ, ਭਰਾ ਨੇ ਭਰਾ ਦਾ ਕਤਲ ਕਰਤਾ, ਮਾਂ ਬਾਪ ਕੁੱਟ ਕੇ ਕੱਢਦੇ ਹੋ। ਇਹ ਕੀ ਹੈ? ਸਭ ਲੋਭ ਦੀ ਕਿਰਪਾ ਹੈ, ਲੋਭ ਦੀ। ਉਹ ਸਪਸ਼ਟੀ ਸ਼ਬਦ ਵਰਤਦੇ ਆ, ਕਹਿੰਦੇ ਤੇਰੇ ਅੰਦਰ ਲੋਭ ਹੈ, ਤੂੰ ਨਹੀਂ ਬਦਲ ਸਕਦਾ ਕਲਿਆਣ ਚੰਦ। ਪਹਿਲਾਂ ਵੀ ਤੈਨੂੰ ਕਿਹਾ ਸੀ ਮੈਂ, ਜਿੱਦਣ ਪੁਸ਼ਾਕਾਂ ਸਲਾ ਕੇ ਦਿੱਤੀਆਂ ਸੀ ਨਾ ਚੋਲੇ ਬਣਾ ਕੇ, ਤੁਸੀਂ ਉਦੋਂ ਵੀ ਕਿਹਾ ਸੀ ਮੈਂ ਆਪਣੇ ਪੁੱਤ ਨੂੰ ਕੁਛ ਨਹੀਂ ਕਹਿੰਦਾ, ਕੀ ਕੀਤਾ ਹੋਇਆ? ਅੱਜ ਵੀ ਕੀ ਯਕੀਨ ਹੈ ਤੇਰਾ? ਤੂੰ ਫੇਰ ਆਖੇ ਵੀ ਮੈਂ ਆਪਣੇ ਪੁੱਤ ਨੂੰ ਕੁਛ ਨਹੀਂ ਕਹਿੰਦਾ। ਅਬੀ ਪਿੱਛੇ ਆ ਹਾਲ ਕੀਤਾ, ਕੱਲ ਸੋਟੀਆਂ ਮਾਰੇਗਾ, ਡਾਂਗਾ ਮਾਰੇਗਾ। ਤੂੰ ਆਪਣੇ ਪੁੱਤਰ ਨੂੰ ਕਦੇ ਸਮਝ ਨਹੀਂ ਸਕਦਾ, ਨਾ ਤੇਰੀ ਕਦੇ ਸ਼ਰਧਾ ਬਣਨੀ। ਆਖੋ ਸਤਿਨਾਮ। ਬਣ ਨਹੀਂ ਸਕਦੀ। ਤੁਸੀਂ ਸਾਨੂੰ ਵੀ ਮਾਫ ਕਰੋ। ਧਨ ਅੰਨ ਹੈ ਜਨ ਹੈ ਸੁਖਦਾਇਕ, ਸਤਪੰਥੀ ਕੋ ਕਹਿਤ ਨ ਲਾਇਕ। ਭਾਈ ਜਿਹੜੇ ਸਤਪੰਥੀ ਨੇ ਨਾ, ਸੱਚ ਦੇ ਰਾਹ ਤੇ ਚੱਲਣ ਵਾਲੇ, ਉਹ ਕਹਿੰਦੇ ਧਨ ਆਉਣ ਜਾਣ ਵਾਲੀ ਚੀਜ਼ ਹੈ, ਨਲਾਇਕ ਬੰਦੇ ਮਾਇਆ ਦਾ ਮੋਹ ਕਰਦੇ ਆ, ਲਾਇਕ ਲੋਕ ਨਹੀਂ। ਲਾਇਕ ਲੋਕ ਤੇ ਆਪਣਾ ਇੱਕ ਇੱਕ ਸਵਾਸ ਕੀਮਤੀ ਹੈ, ਉਹਨੂੰ ਗਵਾਉਂਦੇ ਨਹੀਂ। ਜ਼ਿੰਦਗੀ 'ਚ ਇੱਕ ਗੱਲ ਦੱਸੋ ਜੀ, ਲੱਖਾਂ ਰੁਪਇਆ ਦੇ ਕੇ ਅੰਤ ਸਮੇਂ ਕੋਈ ਡਾਕਟਰ ਤੁਹਾਨੂੰ ਸਾਹ ਦੇ ਸਕਦਾ? 2 ਸਾਹ ਮਿਲ ਜਾਣ, 4 ਮਿਲ ਜਾਣ, 1 ਹੀ ਮਿਲ ਜੇ, ਚਲੋ ਆਖੇ ਜੀ ਇੰਨੇ ਕਰੋੜ ਇੰਨੇ ਮਿਲੀਅਨ ਡਾਲਰ ਲੈ ਲਾ, ਪੈਸੇ ਛੱਡੋ, ਡਾਲਰਾਂ ਦੀ ਗੱਲ ਕਰੋ, ਵੀ 2 ਸਾਹ ਦੇ ਦਿਓ, ਕੋਈ ਇਹੋ ਜਿਹਾ ਟੀਕਾ ਲਵਾ ਕੇ ਮੈਂ ਫਲਾਣੇ ਨਾਲ ਗੱਲ ਕਰਾਂ, ਹੋ ਸਕਦਾ ਹੈ? ਜਦੋਂ ਇਹ ਸਵਾਸ ਮੁੱਲ ਮੰਗਿਆ ਨਹੀਂ ਮਿਲ ਸਕਦੇ, ਇਸ ਮਾਇਆ ਦੇ ਲਾਲਚ ਵਿੱਚ ਬੰਦੇ ਨੇ ਕਿਵੇਂ ਬਿਰਥੇ ਗਵਾ ਲਏ? ਕਿੰਨਾ ਸਿਆਣਾ ਬੰਦਾ। ਬਾਣੀ ਇਹੀ ਸਮਝਾ ਰਹੀ ਹੈ, ਗੁਰਬਾਣੀ ਗਿਆਨ ਇਹੀ ਤੇ ਦੇ ਰਹੀ ਹੈ ਸਾਨੂੰ। ਬੰਦਿਆ ਕਿਉਂ ਤੂੰ ਇੱਕ ਇੱਕ ਪਲ ਆਪਣਾ ਆਪਣਾ ਸਵਾਸ ਸਾਰਾ ਦਿਨ ਇਸੇ ਵਿਉਂਤਬੰਦੀ 'ਚ ਘੜਦਾ, ਵੀ ਉਹਦੀ ਜ਼ਮੀਨ ਤੇ ਕਬਜ਼ਾ ਕਿਵੇਂ ਕਰ ਲਾਂ, ਉਹਦਾ ਘਰ ਕਿਵੇਂ ਖੋਲਾਂ, ਉਹਦੀ ਨੌਕਰੀ 'ਚ ਵੱਧ ਕਿਵੇਂ ਲੈਣਾ, ਉਹਦੇ ਪੈਸੇ ਕਿਵੇਂ ਖੋਲਾਂ, ਇਹਨੂੰ ਘਾਟਾ ਕਿਵੇਂ ਪਾ ਦਿਆਂ, ਇਹਨੂੰ ਹੇਠਾਂ ਕਿਵੇਂ ਲਾ ਦਿਆਂ। ਹਰ ਵੇਲੇ ਭਾਵ ਚੱਲਦਾ ਹੈ। ਤੈਨੂੰ ਰੱਬ ਕਿੱਥੇ ਬਖਸ਼ੇਗਾ? ਜਦੋਂ ਸਪਸ਼ਟ ਗੱਲਾਂ ਉਹਨਾਂ ਨੇ ਕਹਿਤੀਆਂ ਨਾ, ਕਹਿੰਦੇ ਤੇਰੀ ਬਿਰਤੀ ਨਾ ਅੱਜ ਬਦਲੀ ਨਾ ਬਦਲੀ ਕੱਲ, ਤੈਨੂੰ ਤੇ ਪੰਡਤ ਹਰਦਿਆਲ ਦੇ ਬਚਨਾਂ ਤੇ ਭਰੋਸਾ ਨਹੀਂ, ਤੇ ਮੇਰੇ ਤੇ ਕਿੱਥੋਂ ਹੋਣਾ, ਮੈਂ ਤੇ ਮੁਸਲਮਾਨ ਹਾਂ। ਗੁਰੂ ਸਾਹਿਬ ਦੇ ਪਿਤਾ ਹੁਣ ਨਹੀਂ ਬੋਲੇ, ਚੁੱਪ ਹੋ ਗਏ। ਹਰ ਬੰਦੇ ਨੂੰ ਆਪਣੇ ਕਿਸੇ ਨਾ ਕਿਸੇ ਔਗਣ ਕਰਕੇ ਜ਼ਲੀਲ ਹੋਣਾ ਪੈਂਦਾ ਹੈ। ਇੱਕ ਰੱਬ ਨੂੰ ਛੱਡ ਕੇ ਹਰ ਕੋਈ ਭੁੱਲਣਹਾਰ ਹੈ। ਕੋਈ ਲੋਭ ਕਰਕੇ ਬੇਇੱਜ਼ਤੀ ਕਰਾਉਂਦਾ ਫਿਰਦਾ, ਕੋਈ ਗੁੱਸੇ ਕਰਕੇ ਕਰਾਈ ਜਾਂਦਾ, ਕੋਈ ਆਕੜ ਕਰਕੇ ਕਰਾਈ ਫਿਰਦਾ, ਕੋਈ
ਆਪਣੇ ਹੰਕਾਰ ਕਰਕੇ, ਔਗਣਾ ਕਰਕੇ ਹੀ ਹੈ ਨਾ। ਹਰ ਬੰਦੇ ਦੀ ਪਛਾਣ ਹੈ। ਕੋਈ ਕਹਿੰਦੇ ਯਾਰ ਸ਼ਰਾਬੀ ਹੈ ਨਿੱਤ ਦਾ, ਕੋਈ ਕਹਿੰਦੇ ਹੰਕਾਰੀ ਬੜਾ ਮੈਂ ਕਰਦਾ ਹੈ, ਕੋਈ ਕਹਿੰਦਾ ਲੋਭੀ ਬੜਾ ਹੈ, ਲਾਲਚੀ ਬੜਾ ਹੈ, ਕੋਈ ਕਹਿੰਦੇ ਕਾਮੀ ਬਹੁਤ ਹੈ। ਇਹ ਹਰੇਕ ਨੂੰ ਵੇਖੀ ਜਾਂਦਾ ਹੈ। ਇਹਦੀ ਨਜ਼ਰ ਠੀਕ ਨਹੀਂ। ਨਜ਼ਰ ਠੀਕ ਤੋਂ ਭਾਵ ਕੀ ਆ? ਹਰ ਇੱਕ ਨੂੰ ਵੇਖਣਾ। ਇਹ ਕਾਮੀ ਪੁਰਸ਼ ਹੈ। ਕਾਮੀ ਪੁਰਸ਼ ਬਹੁ ਕਾਮਨਾ ਪਿਆਰੀ ਬਾਣੀ ਕਹਿ ਰਹੀ ਹੈ। ਕਾਮੀ ਇਨਸਾਨ ਹਰ ਵੇਲੇ ਆਪਣੀਆਂ ਨਜ਼ਰਾਂ ਦੇ ਨਾਲ ਇੱਕ ਦੂਜੇ ਨੂੰ ਵੇਖਦਾ ਰਹਿੰਦਾ, ਮੈਨੂੰ ਕੌਣ ਦੇਖਦਾ। ਇਹ ਕਾਮੀ ਬੰਦੇ ਦੀ ਵਰਤੀ ਹੈ। ਹੰਕਾਰੀ ਬੰਦਾ ਉਹ ਵੀ ਦੇਖਦਾ ਰਹਿੰਦਾ। ਉਹ ਕਹਿੰਦਾ ਵੀ ਲੋਕਾਂ ਨੂੰ ਪਤਾ ਲੱਗਦਾ ਵੀ ਮੈਂ ਖਰਚਾ ਕਿੰਨਾ ਕੀਤਾ, ਮੈਂ ਘਰੇ ਪਾਠ ਕਰਾਇਆ, ਮੈਂ ਘਰੇ ਵਿਆਹ ਰੱਖਿਆ ਸੀ, ਫਲਾਣਾ ਇੰਨਾ ਖਰਚਾ ਕਰਤਾ, ਲੋਕੀ ਕੀ ਕਹਿੰਦੇ, ਮੈਂ ਖਾਣਾ ਕਿਹੋ ਜਿਹਾ ਬਣਾਇਆ ਸੀ। ਸੁਣਦਾ ਨਾ ਹੰਕਾਰੀ। ਇਹ ਔਗਣ ਨੇ। ਕਿਸੇ ਨੂੰ ਪਤਾ ਹੁੰਦਾ, ਕਿਸੇ ਨੂੰ ਪਤਾ ਨਹੀਂ ਲੱਗਦਾ। ਸਪਸ਼ਟ ਕਹਿ ਦਿੱਤਾ ਕਲਿਆਣ ਚੰਦ, ਤੇਰੇ ਚ ਸਾਰੇ ਗੁਣ ਹੋ ਸਕਦੇ, ਤੇਰੇ ਇੱਕ ਲੋਭ ਨੇ ਸਾਰੇ ਜ਼ੀਰੋ ਕੀਤੇ ਹੋਏ। ਆਖੋ ਸਤਿਨਾਮ। ਸਾਰੀ ਕਹਿੰਦੇ ਆ ਹੁਣ ਵੀ 20 ਰੁਪਏ ਪਿੱਛੇ ਪੁੱਤ ਦੇ ਚਪੇੜਾ ਮਾਰੀਆਂ, ਫਿਰ ਇੱਜ਼ਤਾਂ ਕੀ ਕਰਨੀਆਂ ਨੇ, ਜਦ ਜ਼ਮਾਨਾ ਹੀ ਪਿੱਠ ਪਿੱਛੋਂ ਮਾੜਾ ਕਹਿੰਦਾ ਹੋਵੇ। ਭਗਤ ਜਗਤ ਕੀ ਰਹਿਤ ਨ ਅਜੁਗਤੰ, ਇੱਕ ਧਨ ਗਾਹਿਕ ਇੱਕ ਲੈ ਮੁਕਤੰ। ਕਹਿੰਦੇ ਦੋ ਤਰ੍ਹਾਂ ਦੇ ਇਨਸਾਨ ਧਰਤੀ ਤੇ ਆਉਂਦੇ, ਇੱਕ ਭਗਤੀ ਕਰਕੇ ਧਨ ਹੋਵੇ ਵੀ ਪਰਿਤਿਆਗ ਕਰ ਦਿੰਦੇ, ਇੱਕ ਧਨ ਦੇ ਲਈ ਜ਼ਿੰਦਗੀ ਆ ਕੇ ਖਰਾਬ ਕਰਕੇ ਛੱਡ ਕੇ ਸਭ ਕੁਝ ਲੈਂਦਾ। ਜਿਸ ਮਾਇਆ ਲਈ, ਜਿਸ ਧਨ ਲਈ ਬੰਦੇ ਨੇ ਆਪਣੀ ਜ਼ਿੰਦਗੀ ਮਿੱਟੀ ਬਣਾ ਲਈ ਨਾ, ਅਫਸੋਸ ਉਦੋਂ ਹੁੰਦਾ ਕਹਿੰਦੇ ਸਾਰਾ ਕਮਾ ਕਮੂ ਕੇ ਇੱਥੇ ਛੱਡ ਕੇ ਖਾਲੀ ਹੱਥ ਤੁਰ ਕੇ ਚਲੇ ਗਿਆ, ਲੈ ਕੇ ਵੀ ਨਹੀਂ ਗਿਆ ਨਾ। ਤੇ ਜਿਨ੍ਹਾਂ ਨੇ ਭਗਤੀ ਕੀਤੀ, ਕਹਿੰਦੇ ਭਗਤੀ ਕਮਾ ਕੇ, ਭਗਤੀ ਪੱਲੇ ਬੰਨ ਕੇ, ਪੰਡ ਬੰਨ ਕੇ ਭਗਤੀ ਦੀ ਗਏ ਆ ਦਰਗਾਹ, ਉਹ ਮੁਕਤ ਹੋ ਗਏ ਨੇ। ਗਇਓ ਦਰਬ ਜਾਣਿਓ ਨਿਜ ਜੀਤੋ, ਮੋਹੇ ਨਿਕਟ ਤੇ ਲੇਵੋ ਤੀਤੋ। ਤੇ ਗੁਰੂ ਸਾਹਿਬ ਦੇ ਪਿਤਾ ਨੂੰ ਧੱਕੇ ਨਾਲ ਰਾਏ ਬੁਲਾਰ ਸਾਹਿਬ ਨੇ 20 ਰੁਪਏ ਆਪ ਫੜਾਤੇ। ਕਹਿੰਦੇ ਹਿਸਾਬ ਕਲੀਅਰ ਹੈ। ਸਤਿਗੁਰਾਂ ਦੇ ਪਿਤਾ ਨਹੀਂ ਫੜ ਰਹੇ ਪੈਸੇ, ਕਹਿੰਦੇ ਮੈਨੂੰ ਨਹੀਂ ਚਾਹੀਦੇ ਜੀ, ਸਭ ਕੁਝ ਤੁਹਾਡਾ ਦਿੱਤਾ ਹੋਇਆ ਹੈ। ਸ਼ਰਮਿੰਦਗੀ ਹੈ ਨਾ, ਫੜ ਨਹੀਂ ਸੀ ਰਹੇ। ਰਾਏ ਬੁਲਾਰ ਸਾਹਿਬ ਕਹਿੰਦੇ ਫਿਰ ਮੈਨੂੰ ਬੁਲਾਈ ਨਾ ਜੀ, ਅੱਜ ਨਹੀਂ ਲੈ ਕੇ ਜਾਣਾ, ਕਿਉਂਕਿ ਮੈਨੂੰ ਦੁੱਖ ਹੈ ਇਹਨਾਂ 20 ਰੁਪਇਆਂ ਨੇ ਰੱਬ ਦੇ ਮੁਖ ਤੇ ਚਪੇੜਾ ਮਰਾਈਆਂ। ਆਖੋ ਸਤਿਨਾਮ। ਮੈਨੂੰ ਇਹ ਮਾਇਆ ਪਿਆਰੀ ਨਹੀਂ, ਲੈ ਜਾ। ਕਹਿੰਦੇ ਮੈਂ ਲੈ ਕੇ ਨਹੀਂ ਜਾਣੀ। ਕਹਿੰਦੇ ਭਾਵੇਂ ਸੁੱਟ ਗਰੀਬਾਂ 'ਚ ਸਿੱਟ, ਅੱਗ ਲਾ, ਪਰ ਮੇਰੇ ਵੱਲੋਂ ਵੀ ਲੈ ਜਾ। ਅੱਗ ਤੋਂ ਬਾਅਦ ਜਿੰਨਾ ਵੀ ਖਰਚਾ ਹੋਏਗਾ, ਭਾਵੇਂ ਮਹੀਨਾ ਬੰਨ ਲੈ, ਜਾਂ ਨਾਨਕ ਜੀ ਆਪਣੀ ਮਰਜ਼ੀ ਨਾਲ ਲੈ ਜਾਣ। ਫਿਰ ਸਤਿਗੁਰਾਂ ਦੇ ਕੋਲ ਆ ਕੇ ਹੱਥ ਜੋੜ ਕੇ ਪਤਾ ਕੀ ਕਹਿੰਦੇ, ਮਹਾਰਾਜ ਪਿਤਾ ਜੀ ਦੇ ਕੋਲੋਂ ਕਦੇ ਕੌਡੀ ਵੀ ਨਹੀਂ ਲੈਣੀ। ਮੈਂ ਦਾਸ ਹਾਂ ਤੁਹਾਡਾ, ਇਹ ਮਹਿਲ ਤੁਹਾਡੇ ਆ, ਰਾਜ ਤੁਹਾਡਾ ਏ। ਜੋ ਚਾਹੀਦਾ ਜਿੰਨਾ ਚਾਹੀਦਾ, ਫਕੀਰਾਂ ਨੂੰ ਲੰਗਰ ਲਾਓ, ਅੱਗ ਲਾਓ, ਮਾਇਆ ਸੁੱਟੋ, ਜਦ ਹੈ ਹੀ ਤੁਹਾਡੀਆਂ ਬਖਸ਼ਿਸ਼ਾਂ ਤੇ ਪਰਦਾ ਕਾਹਦਾ। ਆਖੋ ਸਤਿਨਾਮ। ਕਹਿੰਦੇ ਜਦੋਂ ਰਾਏ ਬੁਲਾਰ ਸਾਹਿਬ ਦੇ ਮੁਖ ਤੋਂ ਇਹ ਬਚਨ ਸੁਣੇ, ਰੱਬ ਦੀਆਂ ਅੱਖਾਂ 'ਚੋਂ ਨੀਰ ਆ ਗਿਆ। ਜਿੱਥੇ ਪ੍ਰੇਮ ਆ ਨਾ, ਉੱਥੇ ਪਦਾਰਥ ਨਹੀਂ, ਜਿੱਥੇ ਪਦਾਰਥ ਨੇ ਉੱਥੇ ਸਵਾਰਥ ਹੋਏਗਾ। ਤੇ ਹੁਣ ਪ੍ਰੇਮ ਕੀ ਕਹਿੰਦਾ, ਲੱਖਾਂ ਲੱਗ ਜੇ, ਹਜ਼ਾਰਾਂ ਲੱਗ ਜੇ, ਤੇ ਇੱਥੋਂ ਜਾਨ ਕੁਰਬਾਨ ਹੈ, ਤੇ ਰੱਬ ਵੀ ਅੱਖਾਂ ਭਰਿਆ ਏ। ਇਹੋ ਜਿਹੇ ਪਿਆਰੇ ਕਿੱਥੇ ਫਿਰਦੇ ਨੇ। ਆਖੋ ਸਤਿਨਾਮ। ਇੰਨੀ ਪ੍ਰੀਤ ਕਰਨਾ। ਇੱਥੇ ਤੇ ਦੁਨੀਆ ਦੇ ਰਿਸ਼ਤੇ, ਪਰਿਵਾਰਾਂ ਦੇ ਰਿਸ਼ਤੇ ਪੈਸੇ ਪਿੱਛੇ ਟੁੱਟਦੇ ਵੇਖੇ ਨੇ। ਅੱਧ ਤੋਂ ਵੱਧ ਤਲਾਕ ਇਸੇ ਕਰਕੇ ਹੁੰਦੇ ਜੀ, ਮੁੰਡਾ ਕਮਾਉਂਦਾ ਨਹੀਂ, ਇੰਨੇ ਕੁ ਪੈਸੇ ਮੈਨੂੰ ਨਹੀਂ ਦਿੰਦਾ ਪਕੜ ਮਨੀ ਕਿ ਮੈਂ ਆਪਣੇ ਘਰੇ ਭੇਜ ਸਕਾਂ। ਰੌਲਾ ਜਿਹੀ ਪੰਗੇ ਪਏ ਹੋਏ ਚਾਰੇ ਪਾਸੇ। ਪਰ ਜਿੱਥੇ ਪ੍ਰੇਮ ਹੈ, ਭਾਵਨਾ ਹੈ, ਵਿਸ਼ਵਾਸ ਹੈ ਵੀ ਆਹ ਚੀਜ਼ਾਂ ਮੈਂ ਨਹੀਂ ਰੱਖਦੀ, ਉੱਥੇ ਗਰੀਬੀ ਦੇ ਵਿੱਚ ਇੱਕ ਕੱਪੜੇ ਦੇ ਨਾਲ ਵੀ ਜ਼ਿੰਦਗੀ ਕੱਟੀ ਜਾ ਸਕਦੀ ਹੈ, ਜਿੱਥੇ ਪ੍ਰੇਮ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨੇਤਰ ਭਰੇ ਆਏ, ਮਹਾਰਾਜ ਪਲੰਗੇ ਤੋਂ ਉੱਠੇ, ਰਾਏ ਬੁਲਾਰ ਸਾਹਿਬ ਨੇ ਗਲ ਨਾਲ ਲਾਇਆ, ਪਰ ਪਿਤਾ ਨੂੰ ਕੋਈ ਫਰਕ ਨਹੀਂ। ਕੋਈ ਕਮਾਲ ਹੈ, ਐਡਾ ਮਾਇਆ ਦਾ ਪਰਦਾ ਗੁਰੂ ਸਾਹਿਬ ਨੇ ਪਾਇਆ ਹੋਇਆ ਹੈ ਕਿ ਪਿਤਾ ਅੰਦਰ ਦਿਲ ਨਹੀਂ ਹੈ, ਉਹ ਪੁੱਤਰ ਨੂੰ ਪ੍ਰੇਮ ਨਹੀਂ ਕਰਦਾ, ਸਭ ਕੁਝ ਕਰਦੇ ਆ। ਪਰ ਜਿੱਦਣ ਮਾਇਆ ਦਾ ਲੋਭ ਅੰਦਰ ਆ ਜੇ ਨਾ, ਤੇ ਉਧਰ ਮਾਪੇ ਵੀ ਧੀਆਂ ਪੁੱਤਾਂ ਨਾਲ ਹਿਸਾਬ ਰੱਖਣ ਲੱਗ ਪੈਂਦੇ ਆ। ਇਹ ਲੋਭ ਦੀ ਨਿਸ਼ਾਨੀ ਹੈ। ਤੇ ਗੁਰੂ ਸਾਹਿਬ ਦੇ ਪਿਤਾ ਹਿਸਾਬ ਰੱਖਦੇ ਸੀ, ਇਹਨੇ 20 ਖਰਾਬ ਕਰਤੇ, ਇਹਨੇ ਭਾਂਡਾ ਸੁੱਟਦਾ, ਇਹਨੇ ਫਲਾਣੀ ਥਾਂ ਸੋਨਾ ਸੁੱਟਦਾ, ਗਹਿਣੇ ਸੁੱਟੇ ਆਇਆ। ਕਹਿੰਦੇ ਸਾਰਾ ਕੁਝ ਕਾਪੀ ਤੇ ਲਿਖੀ ਫਿਰਦੇ ਸੀ, ਸਭ ਕੁਝ ਯਾਦ ਸੀ। ਜਿੱਥੇ ਜਾਂਦੇ ਨੇ ਕੋਈ ਗੱਲ ਹੁੰਦੀ ਹੈ, ਸਾਰਾ ਸੁਣਾਉਣ ਬੈਠ ਜਾਂਦੇ ਨੇ। ਰਾਏ ਦੇਤ ਸੋ ਲੀਤ ਨ ਕਾਲੂ,
ਉਸ ਪਰ ਕਹਿ ਨ ਵਿਸਾਲੋ। ਹੁਣ ਜਿਸ ਵੇਲੇ ਮਾਇਆ ਫੜਾਈ, ਪਿਤਾ ਨੇ ਫੇਰ ਇਨਕਾਰ ਕੀਤਾ। ਖਾਨ ਸਾਹਿਬ ਨੇ ਹੱਥ ਜੋੜ ਕੇ ਮਾਇਆ ਧੱਕੇ ਨਾਲ ਫੜਾ ਲਈ। ਪਿਤਾ ਜੀ ਨੇ ਫੜ ਲਈ। ਕਿਤੇ ਨਾ ਕਿਤੇ ਦਿਲ ਵਿੱਚ ਸੀ ਵੀ ਘਾਟਾ 20 ਦਾ ਗਿਆ। ਆਖੋ ਸਤਿਨਾਮ। ਖੁਸ਼ੀ ਹੋਈ ਅੰਦਰ ਵੀ ਚੱਲ ਘਾਟਾ ਖਤਮ ਹੋਇਆ, 20 ਮਿਲ ਗਏ। ਬਾਹਰੋਂ ਬੰਦਾ ਜਿੰਨਾ ਮਰਜ਼ੀ ਕਹੀ ਜਾਵੇ ਨਾ 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 ਨਾ, ਰਿਸ਼ਤੇਦਾਰੀ 'ਚ ਜਾਂਦੇ ਆ ਲੋਕ, ਵੇਖਦੇ ਆ ਨਾ। ਚਲੋ ਹੁਣ ਤੇ ਮੋਦੀ ਨੇ ਕੰਮ ਹੀ ਸੌਖਾ ਕਰਤਾ। 500 ਕੱਢਦੇ ਜਾਨ ਨਿਕਲਦੀ ਸੀ, 100 ਦਿੰਦਿਆਂ ਸ਼ਰਮ ਆਉਂਦੀ ਸੀ। ਵਿੱਚ ਵਿਚਾਲੇ ਦਾ ਰਸਤਾ ਨਿਕਲਿਆ ਵੀ 2 ਸਿੱਟੋ ਕੰਮ ਨਿਬੇੜੋ। ਆਖੋ ਸਤਿਨਾਮ। 200 ਦਾ ਬਣਾ ਦਿਓ, ਅਗਲਾ ਵੀ ਖੁਸ਼, ਤੂੰ ਵੀ ਖੁਸ਼। ਨਾ ਕੁਝ ਗਿਆ ਤੇ ਨਾ ਕੁਝ ਗਵਾਇਆ ਤੇ ਨਾ ਕੁਝ ਪਾਇਆ। ਹੁਣ ਤੇ ਖੜੀ ਦੁਨੀਆ। ਕਈ ਵਾਰ ਬੰਦੇ ਦਾ ਦਿਲ ਕਰਦਾ ਹੁੰਦਾ ਵੀ ਫੜ ਲਈਏ ਚੱਲ, ਤੇ ਫਿਰ ਉੱਤੋਂ ਕਹਿੰਦਾ ਜੇ ਫੜਦੇ ਕਹਿਣਗੇ ਲਾਲਚੀ ਹੈ। ਹੁੰਦਾ ਸਾਡੇ ਨਾਲ, ਹੁੰਦਾ ਸਾਡੇ। ਕਹਿੰਦੇ ਘਰ ਜਾਈਏ ਪ੍ਰਸ਼ਾਦਾ ਛਕਣਾ, ਅਗਲਾ ਫੜਾਉਂਦਾ ਨਾ ਜੀ ਨਾ ਨਾ ਜੀ ਨਾ। ਹੁੰਦਾ ਹੁਣ ਵੀ ਇੱਧਰ ਨੂੰ ਪਾ ਯਾਰ, ਆਪੇ ਤੈਨੂੰ ਪਤਾ ਨਹੀਂ ਜੇਬ ਕਿਹੜੇ ਪਾਸੇ ਲੱਗੀ ਹੈ। ਇਹ ਵਰਤ ਲਿਆ ਕਰੋ ਦਿਮਾਗ, ਫਟ ਉੱਠਾ। ਹਰ ਬੰਦੇ ਦੇ ਮਨ ਵਿੱਚ ਇਹ ਹੁੰਦਾ ਹੈ ਵੀ ਚੱਲ ਮਾਇਆ ਕਾਹਨੂੰ ਹੈ, ਕਾਹਨੂੰ ਛੱਡਣੀ ਹੈ, ਮਿਲਦੀ ਹੱਕ ਲੈ ਲਓ। ਪਰ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਉਹ ਪਰਵਾਹ ਨਹੀਂ ਕਰਦੇ। ਉਹ ਕਹਿੰਦੇ ਮਾਇਆ ਜੀਵਨ ਨਹੀਂ ਹੈ। ਪਰ ਪਿਤਾ ਜੀ ਨੇ ਮਾਇਆ ਫੜ ਲਈ। ਫੜ ਕੇ ਜਦੋਂ ਜੇਬ 'ਚ ਪਾਈ, ਅੰਦਰ ਸ਼ਾਂਤੀ ਆ ਗਈ। ਹੁਣ ਤੇ ਪੁੱਤ ਵੀ ਚੰਗਾ ਲੱਗਦਾ। ਆਖੋ ਸਤਿਨਾਮ। ਕਹਿੰਦੇ ਚੱਲ ਸ਼ੁਕਰ ਹੈ। ਰਾਏ ਬੁਲਾਰ ਸਾਹਿਬ ਕੋਲ ਆਇਆ, 20 ਰੁਪਏ ਦੇ ਆ ਗਿਆ ਉਹਨੇ। ਕਹਿੰਦੇ ਜੀ ਅੱਜ ਤੋਂ ਬਾਅਦ ਲਾਭਾ ਨਹੀਂ ਹੁੰਦਾ। ਖਾਨ ਸਾਹਿਬ ਨੇ ਘੁੱਟ ਕੇ ਗੱਲ ਨਾਲ ਲਾਇਆ। ਕਹਿੰਦੇ ਵਾਅਦਾ ਕਰਕੇ ਜਾ, ਨਾਨਕ ਪਿਆਰੇ ਸਤਿਗੁਰੂ ਨੂੰ ਮਾੜਾ ਬੋਲ ਨਹੀਂ ਬੋਲੇਗਾ। ਪਿਤਾ ਵਾਅਦਾ ਕਰ ਗਏ। ਕਹਿੰਦੇ ਨਹੀਂ। ਵਾਅਦਾ ਕਿਹਨੇ ਕਰਾਇਆ ਜੀ? ਜੇਬ 'ਚ ਗਈ ਹੈ, ਜੇਬ 'ਚ ਪਈ ਹੋਈ ਹੈ। ਆਗੇ ਲੈ ਕੇ ਮਾਇਆ ਘਰੇ, ਬੜੇ ਖੁਸ਼ ਨੇ, ਬੜਾ ਕੁਝ ਸੋਚਦੇ ਆਉਂਦੇ ਆ। ਪਰ ਇਹ ਸੋਚਣਾ ਭੁੱਲ ਗਏ ਵੀ ਮਾਇਆ ਇੰਨੇ ਲੋਕਾਂ ਦੇ ਸਾਹਮਣੇ ਮਿਲੀ ਤੇ ਲੋਕ ਕੀ ਕਹਿਣਗੇ। ਆਖੋ ਸਤਿਨਾਮ। ਜਦ ਲੋਭ ਆ ਜੇ ਨਾ ਮਨ 'ਚ, ਇਹ ਚੀਜ਼ਾਂ ਖਤਮ ਹੋ ਜਾਂਦੀ। ਲੋਕ ਕੀ ਕਹਿੰਦੇ, ਕਈ ਜਾਣਦੇ ਲੋਕਾਂ ਨੂੰ ਕੀ ਹੈ ਯਾਰ, ਮੇਰਾ ਹੱਕ ਆ, ਮੈਂ ਲੈ ਲਿਆ। ਹੁੰਦਾ। ਗੁਰੂ ਨਾਨਕ ਸਾਹਿਬ ਮਹਾਰਾਜ ਪਿਤਾ ਜੀ ਦੇ ਨਾਲ ਨਹੀਂ ਆਏ, ਰਾਏ ਬੁਲਾਰ ਸਾਹਿਬ ਕੋਲ ਬੈਠੇ ਰਹੇ। ਭਾਈ ਬਾਲਾ ਜੀ ਕਹਿੰਦੇ ਫਿਰ ਮੈਂ ਲੈ ਕੇ ਸਤਿਗੁਰਾਂ ਨੂੰ ਘਰੇ ਆਇਆ। ਰੂਟੀਨ ਵਿੱਚ ਗੁਰੂ ਸਾਹਿਬ ਘਰ ਰਹਿੰਦੇ ਨੇ, ਪਰਿਵਾਰ 'ਚ ਰਹਿੰਦੇ ਨੇ। ਪਿਤਾ ਉੱਤੋਂ ਬੁਲਾਉਂਦੇ ਨੇ ਅੰਦਰ, ਤੇ ਉਹ ਦੁੱਖ ਹੈ ਜੇ ਵੀ ਇਹਨੇ ਕੰਮ ਨਹੀਂ ਕੋਈ ਕਰਨਾ। ਹੁਣ ਪੈਸੇ ਦਾ ਰੌਲਾ ਨਹੀਂ ਹੈ ਵੀ 20 ਗਵਾਤੇ, ਉਹ ਤੇ ਚਲੋ ਮਿਲ ਕੇ ਪੂਰੇ ਹੋ ਗਏ। ਹੁਣ ਦੁੱਖ ਇਸ ਗੱਲ ਦਾ ਹੈ ਵੀ ਇਹਦੀ ਜ਼ਿੰਦਗੀ ਵਿਹਲੇ ਦੀ ਲੰਘੂਗੀ ਹੋਵੇ, ਕੀ ਕਰੂਗਾ ਜ਼ਿੰਦਗੀ 'ਚ। ਸਾਡੇ ਤੇ ਖੱਤਰੀਆਂ 'ਚ ਕੋਈ ਵਿਹਲਾ ਨਹੀਂ ਰਹਿੰਦਾ, ਬੇਦੀਆਂ ਦੇ ਵਿੱਚ ਕੋਈ ਵਿਹਲਾ ਹੁੰਦਾ ਹੀ ਨਹੀਂ, ਉਹਨੂੰ ਰਿਸ਼ਤਾ ਨਹੀਂ ਕੋਈ ਕਰਦੇ। ਇਹ ਤੇ ਨਾ ਕਮਾਵੇ, ਸਾਰਾ ਦਿਨ ਸੁੱਤਾ ਰਹਿੰਦਾ ਹੈ। ਆ ਇੱਕ ਰਲ ਗਿਆ ਬਾਲਾਂ ਨਾਲ। ਕਹਿੰਦੇ ਪਿਤਾ ਜੀ ਨਾ ਬਸ ਘੁਸਰ ਮੁਸਰ ਕਰਦੇ ਫਿਰਦੇ ਨੇ, ਚੰਗਾ ਮਾੜਾ ਮੂੰਹ ਤੇ ਮੈਨੂੰ ਵੀ ਨਹੀਂ ਕਹਿੰਦੇ। ਆਖੋ ਸਤਿਨਾਮ। ਅੰਦਰੇ ਅੰਦਰ ਬੋਲੀ ਜਾਂਦੇ, ਪਰ ਮਰਦ ਪਰਵਾਹ ਨਹੀਂ ਕਰਦੇ। ਸੋ ਸਮਾਂ ਸਮਾਪਤਾ ਜੀ ਅੱਗੇ ਜੋ ਕੁਝ ਵੀ ਹੋਏਗਾ। ਦੇਖੋ ਆਪਾਂ ਆਮ ਤੌਰ ਤੇ ਸੁਣਦੇ ਆ ਭੁੱਖੇ ਸਾਧੂਆਂ ਨੂੰ 20 ਰੁਪਏ ਦਾ ਭੋਜਨ ਛਕਾਇਆ। ਕਦੀ ਇਹ ਸੁਣਿਆ ਸੀ ਵੀ ਉਹ 20 ਰੁਪਏ ਪਿਤਾ ਨੂੰ ਮਿਲੇ, ਤੇ ਜਿਹੜੇ ਉਹ ਮਿਲੇ ਹੋਏ ਨੇ ਉਹ ਕਿੱਥੇ ਜਾਣਗੇ? ਹੁਣ ਉਹਨਾਂ ਦਾ ਕੀ ਬਣੂਗਾ? ਉਹ ਕੱਲ ਸਰਪਟ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ